सत श्री अकाल जी, नमस्कार। मैं अंजना ठाकुर स्टडी वर्ल्ड वालों लाइव हाजिर हाँ जी तुहाडे सामने। अज बहुत सारे स्टूडेंट्स की डिमांड सीगी, काफ़ी टाइम तो टैक्नीकल एरर करके थोड़ा बिजी होने करके असी लाइव शो नहीं कर रहे सीगे। मनीष सर भी अज नाल ने डिस्कस करांगे ऑस्ट्रेलिया विदाउट आइल्स। बहुत सारे स्टूडेंट्स की डिमांड है सर जी, ਜਿਹੜੇ ਬੱਚੇ ਵਿਦਆਊਟ ਆਇਲਟਸ ਅਪਲਾਈ ਕਰਨਾ ਚਾਹੁੰਦੇ ਨੇ, ਖਾਸ ਕਰ ਕਈ ਬੱਚੇ ਇਹਦੇ ਵਿੱਚ ਦੋ ਤਰੀਕੇ ਦੇ ਬੱਚੇ ਹੁੰਦੇ ਨੇ। ਜਾਂ ਤਾਂ ਕਈ ਉਹ ਹੁੰਦੇ ਨੇ ਜਿਹੜੇ ਬਾਰ-ਬਾਰ ਟਰਾਈਆਂ ਮਾਰ ਚੁੱਕੇ ਨੇ ਵੀ ਆਇਲਟਸ ਜਾਂ ਪੀਟੀ ਕਰਨ ਦੇ ਲਈ, ਬਟ ਨਹੀਂ ਕਰ ਪਾਉਂਦੇ ਕਿਉਂਕਿ ਉਹਨਾਂ ਦਾ ਇੰਗਲਿਸ਼ ਕਿਤੇ ਨਾ ਕਿਤੇ ਵੀਕ ਰਹਿੰਦੀ ਹੈ। ਬਟ ਪੜ੍ਹਾਈ 'ਚ ਚੰਗੇ ਹੁੰਦੇ ਨੇ, ਬਸ ਇੰਗਲਿਸ਼ 'ਚ ਮਾੜੇ ਹੁੰਦੇ ਨੇ ਬੱਚੇ। ਕਈ ਬੱਚਿਆਂ ਦੀ ਇਹਦੇ 'ਚ ਪ੍ਰੋਬਲਮ ਆ ਜਾਂਦੀ ਵੀ ਵੈਸੇ ਉਹਨਾਂ ਦੇ ਬੈਂਡ ਸਹੀ ਆ ਰਹੇ ਹੁੰਦੇ ਨੇ, ਬਟ ਸਪੀਕਿੰਗ ਦੇ ਵਿੱਚ ਬੈਂਡ ਕਈਆਂ ਦੇ ਬਹੁਤ ਘੱਟ ਹੁੰਦੇ ਨੇ। ਵੀ ਹੁਣ ਸਾਡੇ ਕੋਲ ਰੀਸੈਂਟਲੀ ਬੱਚਾ ਆਇਆ, ਓਵਰਆਲ ਬੱਚੇ ਦੇ 6.5 ਬੈਂਡ ਹੈਗੇ ਨੇ, ਇੱਕ 'ਚ 7 ਆ ਰਹੇ, ਇੱਕ 'ਚ 7.5 ਆ ਰਹੇ, ਬਟ ਸਪੀਕਿੰਗ 'ਚ 5 ਬੈਂਡ ਆ ਰਹੇ ਨੇ। ਉਹ ਵੀ ਬੱਚਾ ਹੁਣ ਵੀ ਟੈਕਨੀਕਲੀ ਵੀ ਥੋੜ੍ਹਾ ਜਿਹਾ ਨਿਰਾਸ਼ ਹੋ ਜਾਂਦਾ ਵੀ ਹੁਣ ਮੈਂ ਕਿਵੇਂ ਫਾਇਲ ਲਗਾਵਾਂ। ਫਿਰ ਉਹ ਬੱਚੇ ਆ ਜਾਂਦੇ ਨੇ ਜਿਨ੍ਹਾਂ ਕੋਲ ਟਾਈਮ ਨਹੀਂ ਹੈਗਾ ਆਇਲਟਸ ਜਾਂ ਪੀਟੀ ਕਰਨ ਦਾ, ਵੀ ਉਹ ਕਿਤੇ ਨਾ ਕਿਤੇ ਆਪਣੀ ਜੌਬਸ ਦੇ ਵਿੱਚ ਬਿਜ਼ੀ ਨੇ, ਜਾਂ ਕਿਤੇ ਨਾ ਕਿਤੇ ਵੀ ਲਾਈਕ ਵੀ ਕਰੋਨਾ ਵਾਇਰਸ ਦੇ ਚੱਕਰ 'ਚ ਕਈ ਬੱਚੇ ਵੀ ਨਹੀਂ ਜਾਣਾ ਚਾਹੁੰਦੇ ਹੈਗੇ ਇੰਸਟੀਟਿਊਟ 'ਚ, ਨਾ ਫੈਮਲੀਆਂ ਨਹੀਂ ਭੇਜਣਾ ਚਾਹੁੰਦੇ। ਹੁਣ ਇਹਦੇ ਵਿੱਚ ਅਸੀਂ ਜਿਹੜੀ ਆਪਸ਼ਨ ਬੱਚੇ ਨੂੰ ਦੇ ਰਹੇ ਹਾਂ ਵਿਦਾਊਟ ਆਇਲਟਸ ਆਸਟ੍ਰੇਲੀਆ ਦੀ, ਇਹਦੇ ਵਿੱਚ ਇਹ ਨਹੀਂ ਹੈਗਾ ਵੀ ਵਿਦਾਊਟ ਆਇਲਟਸ ਹੈ ਤਾਂ ਪੀਟੀ ਚਾਹੀਦਾ ਹੈ ਜਾਂ ਕੁਛ ਹੋਰ ਚਾਹੀਦਾ। ਇਹਦੇ ਵਿੱਚ ਕੋਈ ਵੀ ਇੰਗਲਿਸ਼ ਦਾ ਟੈਸਟ ਨਹੀਂ ਚਾਹੀਦਾ ਹੈਗਾ ਤੁਹਾਨੂੰ, ਅਤੇ ਤੁਸੀਂ ਕੰਪਲੀਟਲੀ 100% ਵਿਦਾਊਟ ਐਨੀ ਟੈਸਟ, ਵਿਦਾਊਟ ਐਨੀ ਆਇਲਟਸ, ਵਿਦਾਊਟ ਐਨੀ ਪੀਟੀ, ਨਾ ਤੁਹਾਨੂੰ ਕਾਲਜ ਜਾਂ ਯੂਨੀਵਰਸਿਟੀ ਜਿਹੜੀ ਤੁਹਾਨੂੰ ਐਡਮਿਸ਼ਨ ਦੇ ਰਹੀ ਹੈ ਉਹ ਵੀ ਤੁਹਾਨੂੰ ਕੋਈ ਟੈਸਟ ਨਹੀਂ ਦੇਵੇਗੀ, ਅਤੇ ਨਾ ਹੀ ਤੁਹਾਨੂੰ ਕੋਈ ਇੰਗਲਿਸ਼ ਦਾ ਕੋਰਸ ਉੱਥੇ ਜਾ ਕੇ ਪੜ੍ਹਨਾ ਹੈਗਾ। ਵੀ ਤੁਹਾਨੂੰ ਅਸੀਂ ਬੈਚਲਰ ਡਿਗਰੀ ਦੇਵਾਂਗੇ ਜਾਂ ਮਾਸਟਰ ਡਿਗਰੀ ਦੇਵਾਂਗੇ, ਡਾਇਰੈਕਟ ਐਡਮਿਸ਼ਨ ਦਵਾਵਾਂਗੇ ਤੁਹਾਨੂੰ ਲੈਵਲ 1 ਦੀ ਯੂਨੀਵਰਸਿਟੀ 'ਚ, ਜਿਹਦੇ ਨਾਲ ਤੁਸੀਂ ਵੀ ਵਿਦਾਊਟ ਆਇਲਟਸ ਆਸਟ੍ਰੇਲੀਆ ਦਾ ਵੀਜ਼ਾ ਜਿਹੜਾ ਅਪਲਾਈ ਕਰਕੇ ਲੈ ਸਕਦੇ ਹੋ। ਇਹਦੇ 'ਚ ਸਿੰਗਲ ਵੀ ਬੱਚਾ ਅਪਲਾਈ ਕਰ ਸਕਦਾ, ਸਪਾਊਸ ਵੀ ਅਪਲਾਈ ਕਰ ਸਕਦਾ, ਡਿਪੈਂਡਿੰਗ ਔਨ ਦਾ ਐਲੀਜੀਬਿਲਿਟੀ। जी सर, क्योंकि जिदा सर ने हुणे तुहानूं थोड़ा जिहा ब्रीफ किया है कि कोई भी इंग्लिश लैंग्वेज एफिशिएंसी टेस्ट आपां कह सकते उहदी रिक्वायरमेंट नहीं होंदी है। हुण स्टूडेंट किहड़े एलिजिबल होणगे आफ्टर +2 आफ्टर ग्रैजुएशन, दोनों की डिमांड्स होंदी है, रिक्वायरमेंट्स होंदी है। रिक्वायरमेंट्स के अकॉर्डिंग ही तुसीं एलिजिबल होंदे हो तां तुहाडी प्रोफाइल अगे असेस की जाती है। हुण पहला मैं गल करांगी आफ्टर ग्रैजुएशन, सर तुहानूं दस्सणगे आफ्टर +2 जी। ते हुण आफ्टर ग्रैजुएशन स्टूडेंट सब तो पहला पासिंग ईयर भी मैटर कर है। तुसी 17 18 19 20 पास आउट स्टूडेंट हो, जे तुहाडे 55 60 अबव तुहाडे मार्क्स हैगे ओवरऑल परसेंटेज दी मैं इत्थे गल कर रही हां। कुछ एक यूनिवर्सिटीज़ होंदी है जिहड़ी एक्सैप्टेबल नहीं होंदी है, वो डिपेंड करता है जदों तुहाडी असैसमेंट उस प्रॉपर तरीके नाल कीती जाती है। जिवें सर ने ऑलरेडी कहा है लेवल 1 यूनिवर्सिटी च एडमिशन मिलती है तुहानूं, बिकॉज क्योंकि तुहाडा जिहड़ा प्रीवियस तुहाडी क्वालिफिकेशन एजुकेशन होंदी है वो इंग्लिश मीडियम दे विच होंदी है। स्टूडेंट ऑलरेडी इस चीज़ नूं जानते हैं। यूके जदों तुसीं अप्लाई करते सीगे MOI दी डिमांड होंदी सीगी, विच मीनस मीडियम ऑफ इंस्ट्रक्शन। वो जिहड़ा लैटर हैगा ओहदी डिमांड रहिंदी है, तुसीं यूनिवर्सिटी कोलों लैके कॉलेज कोलों लैके लिखवा के सानूं प्रोवाइड कर सकते हो डॉक्यूमेंट। उस बिहाफ ते तुहानूं आइल्स वेवर दिता जाता है, भावें तुसीं सिंगल करवाना है, स्पाउस करवाना है, जिद्दां तुहानूं सर ने दस्सिया सीगा। सर ऐड ऑन मैं हुण तुहानूं एक चीज़ ਇਹਦੇ 'ਚ ਐਡ ਕਰਨਾ ਚਾਹੁੰਦਾ ਵੀ ਵਿਦਾਊਟ ਆਇਲਟਸ ਇਹ ਕਿਉਂ ਹੁੰਦਾ ਤੇ ਕਿਵੇਂ ਹੁੰਦਾ ਹੈ। ਪਹਿਲੀ ਗੱਲ ਤਾਂ ਆਪਾਂ ਉਸ ਤੇ ਸ਼ੁਰੂ ਕਰਦੇ ਹਾਂ ਵੀ ਜਿਹੜੀ ਐਲੀਜੀਬਿਲਿਟੀ ਕ੍ਰਾਈਟੇਰੀਆ। ਸੈਕਿੰਡ ਗੱਲ ਹੈ ਵੀ ਹੁੰਦਾ ਕਿਵੇਂ ਹੈ। ਪਹਿਲੀ ਗੱਲ ਤਾਂ ਰੂਲ ਇਹ ਕਹਿੰਦਾ ਜੀ ਵੀ ਆਸਟ੍ਰੇਲੀਆ ਦੇ ਵਿੱਚ ਅਗਰ ਤੁਸੀਂ ਅਪਲਾਈ ਕਰਦੇ ਹੋ ਤੇ ਆਸਟ੍ਰੇਲੀਆ ਦੇ ਵਿੱਚ ਅਗਰ ਲੈਵਲ 1 ਦੀ ਯੂਨੀਵਰਸਿਟੀ ਤੁਸੀਂ ਅਪਲਾਈ ਕਰਦੇ ਹੋ, ਸੋ ਤੁਹਾਨੂੰ ਆਇਲਟਸ ਦੀ ਐਸ ਸੱਚ ਕੋਈ ਰਿਕੁਆਇਰਮੈਂਟ ਨਹੀਂ ਹੈਗੀ ਅੰਬੈਸੀ ਦੇ ਵਿੱਚ ਵੀਜ਼ਾ ਲੈਣ ਲਈ। ਬਟ ਯੂਨੀਵਰਸਿਟੀ ਜਿਵੇਂ ਲੈਵਲ 1 ਦੇ ਵਿੱਚ ਆਪਾਂ ਅਪਲਾਈ ਕਰਦੇ ਹਾਂ, ਯੂਨੀਵਰਸਿਟੀ ਕਹਿੰਦੇ ਨਹੀਂ ਜੀ ਅਸੀਂ ਤਾਂ ਸਾਨੂੰ ਤਾਂ ਆਇਲਟਸ ਚਾਹੀਦਾ ਜਾਂ ਪੀਟੀ ਚਾਹੀਦਾ, ਵੀ ਚਲੋ ਗੱਲ ਖਤਮ ਹੋ ਗਈ, ਉੱਥੇ ਤਾਂ ਉਹਨਾਂ ਨੂੰ ਦੇਣਾ ਹੀ ਪਏਗਾ। ਹੁਣ ਕਈ ਯੂਨੀਵਰਸਿਟੀਆਂ ਉੱਥੇ ਐਸੀਆਂ, ਮੈਂ ਕਹੂੰਗਾ ਇਨਫੈਕਟ 7-8 ਯੂਨੀਵਰਸਿਟੀਜ਼ ਹੈਗੀਆਂ ਆਸਟ੍ਰੇਲੀਆ ਵਿੱਚ ਜਿਹੜੀਆਂ ਕਿ ਆਲਟਰਨੇਟਿਵ ਵੀ ਤਰੀਕੇ ਦੇ ਨਾਲ ਬੱਚੇ ਨੂੰ ਅਸੈਸ ਕਰਦੀਆਂ, ਵੀ ਉਹਦੀ ਇੰਗਲਿਸ਼ ਨੂੰ ਉਹ ਚੈੱਕ ਕਰਦੀਆਂ। ਅਤੇ ਅਗਰ ਉਹ ਬੱਚਾ ਉਹਦੇ ਵਿੱਚ ਉਹਨਾਂ ਦੇ ਜਿਹੜੇ ਕ੍ਰਾਈਟੀਰੀਆ ਦੇ ਵਿੱਚ ਅਗਰ ਉਹ ਕੁਆਲੀਫਾਈ ਕਰ ਜਾਂਦਾ ਹੈ ਤਾਂ ਫਿਰ ਨੈਚੁਰਲੀ ਗੱਲ ਹੈ ਵੀ ਉਹ ਲਾਈਕ ਉਹਨੂੰ ਯੂਨੀਵਰਸਿਟੀ ਵੇਵਰ ਦੇ ਦਿੰਦੀ ਹੈ ਇੰਗਲਿਸ਼ ਦਾ, ਵੀ ਉਹਨੂੰ ਕੋਈ ਟੈਸਟ ਦੇਣ ਦੀ ਲੋੜ ਨਹੀਂ। ਹੁਣ ਉਹ ਜਿਹੜੀ ਜਿਵੇਂ ਲੈਵਲ 1 ਦੀ ਯੂਨੀਵਰਸਿਟੀ ਦੇ ਵਿੱਚ ਅਗਰ ਆਪਾਂ ਅਪਲਾਈ ਕਰੀਏ, ਇੱਕ ਡਾਕੂਮੈਂਟ ਚੈੱਕਲਿਸਟ ਹੁੰਦੀ ਹੈ ਇਮੀਗ੍ਰੇਸ਼ਨ ਦੀ ਵੈਬਸਾਈਟ 'ਤੇ, ਡਾਕੂਮੈਂਟ ਚੈੱਕਲਿਸਟ ਕਰਕੇ ਇੱਕ ਪੇਜ ਆਉਂਦਾ ਹੈ। ਇਹਦੇ ਵਿੱਚ ਕੀ ਕੀਤਾ ਜਾਂਦਾ ਵੀ ਆਪਾਂ ਜਦੋਂ ਜਿਵੇਂ ਉਹ ਪੁੱਛਦਾ ਵੀ ਕਿਹੜੇ ਕੰਟਰੀ ਦੇ ਤੁਸੀਂ, ਤੁਹਾਡਾ ਪਾਸਪੋਰਟ ਕਿਹੜੇ ਕੰਟਰੀ ਦਾ, ਅਸੀਂ ਉਹਦੇ ਵਿੱਚ ਲਿਖਦੇ ਹਾਂ ਜੀ ਇੰਡੀਆ ਦਾ ਪਾਸਪੋਰਟ ਹੈ।
ਫਿਰ ਪੁੱਛਦੇ ਨੇ ਵੀ ਕਿਹੜੇ ਯੂਨੀਵਰਸਿਟੀ ਜਾਂ ਕਾਲਜ 'ਚ ਤੁਸੀਂ ਅਪਲਾਈ ਕਰ ਰਹੇ ਹੋ। ਅਸੀਂ ਉਹਦੇ ਵਿੱਚ ਨਾਮ ਪਾਉਂਦੇ ਹਾਂ ਕਾਲਜ ਯੂਨੀਵਰਸਿਟੀ ਦਾ, ਅਤੇ ਉਹਨੂੰ ਅਸੀਂ ਪੁੱਛਦੇ ਹਾਂ ਵੀ ਸਾਨੂੰ ਕਿਹੜੇ ਕਿਹੜੇ ਡਾਕੂਮੈਂਟ ਚਾਹੀਦੇ ਨੇ ਵੀਜ਼ਾ ਅਪਲਾਈ ਕਰਨ ਵਾਸਤੇ, ਵੀ ਇਮੀਗ੍ਰੇਸ਼ਨ ਦੀ ਵੈਬਸਾਈਟ ਉਹਨੂੰ ਅਸੀਂ ਪੁੱਛ ਰਹੇ ਹਾਂ। ਅਤੇ ਉਹਦੇ ਵਿੱਚ ਜਦੋਂ ਵੀ ਅਸੀਂ ਲੈਵਲ 1 ਦੀ ਯੂਨੀਵਰਸਿਟੀ ਜਾਂ ਕਾਲਜ ਅਪਲਾਈ ਉਹਦੇ ਵਿੱਚ ਪਾਈਏ, ਅਤੇ ਉਹਦੇ ਵਿੱਚ ਇੰਗਲਿਸ਼ ਟੈਸਟ ਦੀ ਕੋਈ ਰਿਕੁਆਇਰਮੈਂਟ ਅੰਬੈਸੀ ਦੀ ਤਰਫੋਂ ਨਹੀਂ ਆਉਂਦੀ ਹੈਗੀ ਅਗਰ ਬੱਚਾ ਲੈਵਲ 1 ਦੇ ਵਿੱਚ ਅਪਲਾਈ ਕਰ ਰਿਹਾ। ਹੁਣ ਅਪਰੋਕਸੀਮੇਟਲੀ ਆਪਾਂ ਗੱਲ ਕਰੀਏ ਵੀ 44-45 ਯੂਨੀਵਰਸਿਟੀਜ਼ ਆਸਟ੍ਰੇਲੀਆ ਦੇ ਵਿੱਚ ਹੈਗੀਆਂ, ਅਤੇ ਜਿਹਦੇ ਵਿੱਚ ਅਪਰੋਕਸੀਮੇਟਲੀ 28 ਯੂਨੀਵਰਸਿਟੀਆਂ ਹੈਗੀਆਂ ਲੈਵਲ 1 ਦੇ ਵਿੱਚ ਆਉਂਦੀਆਂ। ਹੁਣ ਇਹਨਾਂ ਵਿੱਚ 28 ਯੂਨੀਵਰਸਿਟੀਆਂ ਅਗਰ ਤੁਹਾਨੂੰ ਕਹਿ ਦਿੰਦੀਆਂ ਵੀ ਠੀਕ ਹੈ ਜੀ ਤੁਹਾਡੀ +2 ਦੇ ਨੰਬਰਾਂ ਦੇ ਬੇਸ 'ਤੇ ਜਾਂ ਗ੍ਰੈਜੂਏਸ਼ਨ ਦੇ ਨੰਬਰਾਂ ਦੇ ਬੇਸ 'ਤੇ ਅਤੇ ਇੰਗਲਿਸ਼ ਮੀਡੀਅਮ 'ਚ ਤੁਸੀਂ ਪੜ੍ਹਾਈ ਕੀਤੀ ਹੈ ਉਹਦੇ ਬੇਸ 'ਤੇ, ਅਗਰ ਉਹ ਉਸਨੂੰ ਅਸੈਸ ਕਰਕੇ ਉਸਨੂੰ ਓਕੇ ਕਰ ਦਿੰਦੇ ਨੇ ਵੀ ਠੀਕ ਹੈ ਸਾਨੂੰ ਇੰਗਲਿਸ਼ ਦੀ ਜਾਂ ਤਾਂ ਆਇਲਟਸ ਦੀ ਰਿਕੁਆਇਰਮੈਂਟ ਨਹੀਂ ਹੈਗੀ, ਅਤੇ ਤੁਸੀਂ ਉਹ ਤੁਹਾਨੂੰ ਆਫਰ ਲੈਟਰ ਦੇ ਦਿੰਦੇ ਅਤੇ COE ਦੇ ਦਿੰਦੇ ਨੇ। COE ਦੇ ਬੇਸ 'ਤੇ ਜਦ ਤੁਸੀਂ ਐਮਬੈਸੀ 'ਚ ਫਾਈਲ ਲਗਾਉਂਦੇ ਹੋ ਤੁਹਾਨੂੰ ਕੋਈ ਆਇਲਟਸ ਜਾਂ PT ਦੀ ਜਾਂ ਕਿਸੇ ਵੀ ਟੈਸਟ ਦੀ ਰਿਕੁਆਇਰਮੈਂਟ ਨਹੀਂ ਹੈਗੀ, ਕਿਉਂਕਿ ਯੂਨੀਵਰਸਿਟੀ ਜਾਂ ਕਾਲਜ ਉਹਦੇ ਵਿੱਚ ਨੀਚੇ ਲਿਖ ਦਿੰਦਾ ਵੀ ਅਸੀਂ ਅਸੈਸ ਕਰ ਲਿਆ ਅਤੇ ਬੱਚੇ ਨੂੰ ਅਸੀਂ ਆਇਲਟਸ ਦਾ ਜਾਂ ਇੰਗਲਿਸ਼ ਦਾ ਵੇਵਰ ਦਿੱਤਾ ਹੈਗਾ। ਹੁਣ ਜਿਹੜੀ ਮੇਨ ਰਿਕੁਆਇਰਮੈਂਟ ਇਹਦੇ ਵਿੱਚ ਇਹ ਆ ਜਾਂਦੀ ਹੈ ਵੀ ਕੁਆਲੀਫਾਈ ਕੌਣ ਕਰ ਰਿਹਾ, ਵੀ ਮੇਨ ਚੀਜ਼ ਇਹ ਆ ਜਾਂਦੀ ਵੀ ਕੁਆਲੀਫਾਈ ਕੌਣ ਕਰ ਰਿਹਾ ਹੈ। ਦੂਸਰੀ ਇਹਦੇ ਵਿੱਚ ਗੱਲ ਆ ਜਾਂਦੀ ਵੀ ਕਿਹੜੇ ਕੰਸਲਟੈਂਟਸ ਹੈਗੇ ਨੇ ਜਿਹੜੇ ਇਸ ਚੀਜ਼ ਦੇ ਵਿੱਚ ਐਕਸਪੀਰੀਅੰਸ ਨੇ ਅਤੇ ਨੌਲੇਜ ਰੱਖਦੇ ਨੇ, ਅਤੇ ਕਿਹੜੇ ਕੰਸਲਟੈਂਟ ਨੇ ਜਿਨ੍ਹਾਂ ਨੇ ਕਾਮਯਾਬੀ ਦੇ ਨਾਲ ਵਿਦਾਊਟ ਆਇਲਟਸ ਦੇ ਵੀਜ਼ੇ ਦਿੱਤੇ ਨੇ। ਜੀ ਸਪੈਸ਼ਲੀ ਆਸਟ੍ਰੇਲੀਆ ਦੀ ਸਰ, ਕਿਉਂਕਿ UK ਨੂੰ ਬਹੁਤ ਸਾਰੇ ਏਜੰਟ ਪ੍ਰਮੋਟ ਕਰਦੇ ਆ ਰਹੇ ਨੇ। ਕੈਨੇਡਾ ਨੂੰ ਜਦੋਂ ਗੱਲ ਕੀਤੀ ਜਾਂਦੀ ਵਿਦਾਊਟ ਆਇਲਟਸ ਜੋ ਕਿ ਪੋਸੀਬਲ ਨਹੀਂ ਹੈ ਪ੍ਰੈਕਟੀਕਲੀ, ਤਾਂ ਉਹਦੇ ਲਈ ਸਟੂਡੈਂਟਸ ਨੂੰ ਕਦੇ ਵੀ ਫਾਲ ਨਹੀਂ ਹੋਣਾ ਚਾਹੀਦਾ, ਉਸ ਇੱਕ ਜਿਹੜਾ ਉਹ ਸਿਨੈਰੀਓ ਮੈਟਰ ਕਰਦਾ ਹੈ। ਇਹਦੇ ਨਾਲ ਹੀ ਜਿੰਨੇ ਵੀ ਸਟੂਡੈਂਟ ਆਸਟ੍ਰੇਲੀਆ ਵਿਦਾਊਟ ਆਇਲਟਸ ਆਲਰੇਡੀ ਅਪਲਾਈ ਕਰ ਚੁੱਕੇ ਨੇ ਸਾਡੇ ਥਰੂ, ਉਹ ਸਟੂਡੈਂਟ ਦੀ ਮੂੰਹ ਜ਼ਬਾਨੀ ਵੀ ਤੁਸੀਂ ਸੁਣ ਸਕਦੇ ਹੋ। ਅਸੀਂ ਕੋਸ਼ਿਸ਼ ਕਰਾਂਗੇ ਕਿ ਲਾਈਵ ਸ਼ੋਅ ਦੇ ਵਿੱਚ ਉਹਨਾਂ ਸਟੂਡੈਂਟਸ ਨੂੰ ਵੀ ਤੁਹਾਡੇ ਨਾਲ ਉਹਨਾਂ ਦਾ ਐਕਸਪੀਰੀਅੰਸ ਸਾਂਝਾ ਕਰਵਾਈਏ। ਜਿੰਨੇ ਵੀ ਸਟੂਡੈਂਟ ਇਸ ਟਾਈਮ ਦੇਖ ਰਹੇ ਨੇ ਵਿਦਾਊਟ ਆਇਲਟਸ ਆਫਟਰ ਗ੍ਰੈਜੂਏਸ਼ਨ ਸਪੈਸ਼ਲੀ ਮੈਂ ਗੱਲ ਕਰ ਰਹੀ ਹਾਂ ਅਪਲਾਈ ਕਰਵਾਉਣਾ ਚਾਹੁੰਦੇ ਨੇ, ਉਹ ਸੰਪਰਕ ਕਰ ਸਕਦੇ ਨੇ, ਨੰਬਰ ਵੀ ਸ਼ੋ ਹੋ ਰਿਹਾ ਹੈ ਜੀ, ਤੇ ਵਿਜ਼ਿਟ ਵੀ ਕਰ ਸਕਦੇ ਹੋ। ਸਰ ਹੁਣ ਗੱਲ ਕਰਾਂਗੇ ਆਫਟਰ +2 ਦੀ ਥੋੜਾ ਜਿਹਾ। ਜੀ +2 ਜਿਹੜੀ ਬੱਚਿਆਂ ਨੇ ਕੀਤੀ ਹੈ ਇਹਨਾਂ ਦਾ ਇੱਕ ਸਿੰਪਲ ਜਿਹਾ ਫਾਰਮੈਟ ਹੈਗਾ ਵੀ ਸਟੇਟ ਬੋਰਡ ਅਸੈਪਟੇਬਲ ਨਹੀਂ ਹੈਗਾ, ਤੁਹਾਨੂੰ ਚਾਹੀਦਾ CBSE ਜਾਂ ICSE ਬੋਰਡ, ਤੇ CBSE ਤੇ ਜਾਂ ICSE ਬੋਰਡ 'ਚ ਓਵਰਆਲ ਤੁਹਾਡੇ ਜਿੰਨੇ ਮਰਜ਼ੀ % ਹੋਣ ਕੋਈ ਫਰਕ ਨਹੀਂ ਪੈਂਦਾ, ਬਟ ਇੰਗਲਿਸ਼ 'ਚ ਜਿਹੜੇ +2 'ਚ ਤੁਹਾਡੇ ਇੰਗਲਿਸ਼ ਨੰਬਰ 65 ਹੋਣੇ ਚਾਹੀਦੇ ਨੇ। ਅਗਰ +2 ਅਗਰ ਮੈਂ ਤੁਹਾਨੂੰ ਕਹਾਂ ਵੀ 19 ਜਾਂ 20 ਦੇ ਤੁਸੀਂ ਪਾਸ ਆਊਟ ਹੈਗੇ ਹੋ, ਇੰਗਲਿਸ਼ 'ਚ ਤੁਹਾਡੇ 65% ਨੰਬਰ ਹੈਗੇ ਨੇ +2 'ਚ, ਓਵਰਆਲ ਬੇਸ਼ੱਕ 50% ਹੀ ਹਨ ਤੁਹਾਡੇ, ਕੋਈ ਦਿੱਕਤ ਵਾਲੀ ਗੱਲ ਨਹੀਂ ਜੀ। ਤੁਹਾਨੂੰ ਬਥੇਰੀ ਯੂਨੀਵਰਸਿਟੀਆਂ ਹੈਗੀਆਂ ਆਸਟ੍ਰੇਲੀਆ ਦੀਆਂ ਜੋ ਆਇਲਟਸ ਦਾ ਵੇਵਰ ਤੁਹਾਨੂੰ ਦੇ ਦੇਣਗੀਆਂ। ਉਹਨਾਂ ਨੂੰ ਪਤਾ ਹੈ ਵੀ CBSE ICSE ਵਾਲਾ ਬੱਚਾ ਜਿਹਦੇ ਇੰਗਲਿਸ਼ 'ਚ 65% ਨੰਬਰ ਨੇ ਅਤੇ ਉਹਨੂੰ ਕੋਈ ਦਿੱਕਤ ਨਹੀਂ ਆਏਗੀ ਅੱਗੇ ਜਾ ਕੇ ਬੈਚਲਰ ਪੜ੍ਹਨ 'ਚ, ਉਹਦਾ ਬੱਚੇ ਦਾ ਲੈਵਲ 6 ਜਾਂ 6.5 ਲੈਵਲ ਦਾ ਅਪਰੋਕਸੀਮੇਟਲੀ ਬਣ ਜਾਂਦਾ ਹੈ। ਅਤੇ ਇਸ ਕਰਕੇ ਵੀ ਅਗਰ ਤੁਹਾਡੇ ਜ਼ਿਆਦਾਤਰ ਯੂਨੀਵਰਸਿਟੀਆਂ 65% ਇੰਗਲਿਸ਼ 'ਚ ਨੰਬਰ ਮੰਗਣਗੀਆਂ, ਅਤੇ ਕੁਛ ਯੂਨੀਵਰਸਿਟੀਜ਼ ਐਸੀਆਂ ਵੀ ਹੈ ਜਿਹੜੇ 60% ਅਗਰ ਇੰਗਲਿਸ਼ 'ਚ ਨੰਬਰ ਹੈਗੇ ਨੇ, ਅਤੇ ਅਗਰ ਤੁਸੀਂ +2 ਦੇ ਵਿੱਚ ਦਿੱਤੇ ਨੇ ਅਤੇ ਓਵਰਆਲ ਪਰਸੈਂਟੇਜ ਦੀ ਕੋਈ ਦਿੱਕਤ ਨਹੀਂ ਹੈਗੀ, ਅਤੇ ਕੁਛ ਯੂਨੀਵਰਸਿਟੀਆਂ ਤੁਹਾਨੂੰ 60% ਇੰਗਲਿਸ਼ ਦੇ ਨੰਬਰਾਂ 'ਤੇ ਵੀ ਅਸੈਪਟ ਕਰ ਦਿੰਦੀ ਹੈ। ਬਟ ਉਹੀ ਗੱਲ ਹੈ ਲੋਕੇਸ਼ਨ ਟੂ ਲੋਕੇਸ਼ਨ ਡਿਪੈਂਡ ਕਰਦਾ, ਵੀ ਬੱਚੇ ਦੀ ਪ੍ਰੋਫਾਈਲ 'ਤੇ ਡਿਪੈਂਡ ਕਰਦਾ। ਅਗਰ 65% ਹੈ ਤਾਂ ਬਹੁਤ ਤੁਹਾਨੂੰ ਲੋਕੇਸ਼ਨ ਮਿਲ ਜਾਣਗੀਆਂ, ਕਾਫੀ ਸਾਡੇ ਕੋਲ ਆਪਸ਼ਨਸ ਹੈ, ਬਟ 60% 'ਤੇ ਸਾਡੇ ਕੋਲ 1 ਜਾਂ 2 ਆਪਸ਼ਨ ਤੁਹਾਨੂੰ ਮਿਲ ਜਾਣਗੀਆਂ ਵਿਦਾਊਟ ਆਇਲਟਸ ਅਪਲਾਈ ਕਰਨ ਲਈ। ਸੀ ਸਰ ਡਿਫਰੈਂਸ ਦੀ ਵੀ ਸਟੂਡੈਂਟ ਗੱਲ ਕਰਦਾ ਹੈ ਜਦੋਂ ਵੀ ਅਸੀਂ ਇੰਟਰੈਕਸ਼ਨ ਕਰਦੇ ਹਾਂ ਪਰਸਨਲੀ, ਜਦੋਂ ਮੀਟਿੰਗ ਹੁੰਦੀ ਹੈ ਸਟੂਡੈਂਟ ਦਾ ਮੇਨ ਕੁਐਸਚਨ ਇਹ ਹੁੰਦਾ ਕਿ ਮੈਮ ਸਕਸੈਸ ਰੇਟ ਕੀ ਹੈ, ਡਰਿਆ ਹੋਇਆ ਸਟੂਡੈਂਟ। ਦੇਖੋ ਸਕਸੈਸ ਰੇਟ ਦੀ ਤਾਂ ਆਪਣਾ ਸਿੰਪਲ ਜੀ ਗੱਲ ਹੈ ਵੀ ਅੱਜ ਤੱਕ ਕੋਈ ਇੱਕ ਬੱਚਾ ਸਾਡੇ ਕੋਲ ਆ ਕੇ ਕਹਿ ਦੇ ਜਾਂ ਕੋਈ ਵੀ ਕਮੈਂਟ ਕਰੇ, ਮੈਂ ਤਾਂ ਕਹਿੰਦਾ ਓਪਨਲੀ ਕਮੈਂਟ ਕਰੇ ਵੀ ਜਿਹਦਾ ਵਿਦਾਊਟ ਆਇਲਟਸ ਅਸੀਂ ਅਪਲਾਈ ਕੀਤਾ ਸੀ ਤੇ ਵੀਜ਼ਾ ਨਾ ਆਇਆ ਹੋਏ। ਅਸੀਂ +2 ਵਿਦਾਊਟ ਆਇਲਟਸ ਵੀਜ਼ੇ ਦਿੱਤੇ ਨੇ, +2 ਸਪਾਊਸ ਵੀ ਵਿਦਾਊਟ ਆਇਲਟਸ ਵੀਜ਼ੇ ਦਿੱਤੇ ਨੇ, ਫਿਰ ਗ੍ਰੈਜੂਏਸ਼ਨ ਤੋਂ ਬਾਅਦ ਵਿਦਾਊਟ ਆਇਲਟਸ ਵੀਜ਼ੇ ਦਿੱਤੇ ਨੇ, ਮਾਸਟਰ ਤੋਂ ਬਾਅਦ ਵਿਦਾਊਟ ਆਇਲਟਸ ਦਿੱਤੇ ਨੇ, ਫਿਰ ਸਪਾਊਸ ਵੀਜ਼ਾਜ਼ ਵਿਦਾਊਟ ਆਇਲਟਸ ਦਿੱਤੇ ਨੇ ਅਸੀਂ ਵੀ ਮਾਸਟਰਸ ਤੋਂ ਬਾਅਦ ਦੇ ਜਾਂ ਬੈਚਲਰ ਤੋਂ ਬਾਅਦ ਦੇ। ਦੇਖੋ ਇਹਦੇ ਵਿੱਚ ਨਾ ਕੋਈ ਬਹੁਤ ਵੱਡੀ ਰਾਕਟ ਸਾਇੰਸ ਨਹੀਂ ਹੈਗੀ, ਕੋਈ ਬਹੁਤ ਵੱਡੀ ਗੱਲ ਨਹੀਂ ਹੈਗੀ ਵੀ ਇਹਨੂੰ ਇਹ ਨਾ ਸੋਚੋ ਕੋਈ ਸਾਡੀ ਸੈਟਿੰਗ ਹੈ ਜਾਂ ਕੋਈ ਜੁਗਾੜ ਹੈ ਜਾਂ ਕੋਈ ਅਸੀਂ ਡਾਕੂਮੈਂਟੇਸ਼ਨ ਸੈੱਟ ਕਰਦੇ ਹਾਂ ਜਾਂ ਕੁਝ ਹੋਰ ਕਹਾਣੀ ਕਰਦੇ ਹਾਂ, ਕੁਝ ਨਹੀਂ ਹੈਗਾ। ਯੂਨੀਵਰਸਿਟੀ ਦੀ ਗਾਈਡਲਾਈਨਸ ਨੂੰ ਫੋਲੋ ਕਰ ਰਹੇ ਹਾਂ ਅਸੀਂ, ਤੇ ਇਮੀਗ੍ਰੇਸ਼ਨ ਦੀ ਗਾਈਡਲਾਈਨਸ ਨੂੰ ਫੋਲੋ ਕਰ ਰਹੇ ਹਾਂ, ਤੇ ਉਹਨੂੰ ਫੋਲੋ ਕਰਕੇ ਬਾਕੀ ਗੱਲ ਆ ਜਾਂਦੀ, ਉਹੀ ਗੱਲ ਆ ਗਈ ਵੀ ਆਪਾਂ ਨੂੰ ਇਹ ਤਾਂ ਪਤਾ ਹੈ ਵੀ ਗੱਡੀ ਦੇ ਵਿੱਚ ਸਟਾਰਟ ਵੀ ਕਰਨੀ ਹੁੰਦੀ ਹੈ, ਕਲੱਚ ਵੀ ਹੁੰਦੀ ਹੈ, ਗੇਅਰ ਵੀ ਹੁੰਦੀ ਹੈ, ਵੀ ਟੈਕਨੀਕਲੀ ਵੀ ਕਿਤਾਬੀ ਨੌਲੇਜ ਹੁੰਦੀ ਹੈ, ਬਟ ਜਦ ਤੱਕ ਆਪਾਂ ਉਹਨੂੰ ਚਲਾਈ ਨਹੀਂ ਹੁੰਦੀ ਗੱਡੀ, ਆਪਾਂ ਨੂੰ ਐਕਸਪੀਰੀਅੰਸ ਨਹੀਂ ਹੁੰਦਾ ਤੇ ਨੌਲੇਜ ਨਹੀਂ ਹੁੰਦੀ ਵੀ ਕਾਰ ਨੂੰ ਚਲਾਉਣਾ ਕਿਵੇਂ ਹੈ। ਉਹੀ ਗੱਲ ਆ ਜਾਂਦੀ ਹੈ ਵੀ ਜਦੋਂ ਵੀ ਕੋਈ ਐਸੀ ਚੀਜ਼ ਹੁੰਦੀ ਹੈ ਜਿਹੜੀ ਥੋੜੀ ਟੈਕਨੀਕਲ ਆ ਜਾਂਦੀ ਹੈ, ਕੰਸਲਟੈਂਟ ਉਹੀ ਚੂਜ਼ ਕਰੋ ਜਿਹਨੇ ਬਾਕੀ ਉਹ ਕੰਮ ਆਪਦੇ ਹੱਥੋਂ ਕੀਤਾ ਹੈ।
ਤੁਹਾਨੂੰ ਵੀਜ਼ੇ ਵੀ ਚੈੱਕ ਕਰਾ ਸਕਦਾ ਹੈ, ਤੁਹਾਨੂੰ ਸਾਰਾ ਕੁਝ ਐਂਡ ਟੂ ਐਂਡ ਗਾਈਡ ਕਰ ਸਕਦਾ ਵੀ ਕਿਸ ਤਰੀਕੇ ਨਾਲ ਵੀਜ਼ਾ ਦਿੱਤਾ ਜਾਏਗਾ। ਹੁਣ ਕਾਫੀ ਕੇਸਿਸ 'ਚ ਅਸੀਂ ਇਹ ਚੀਜ਼ ਦੀ ਮੈਂ ਤੁਹਾਨੂੰ ਗੱਲ ਕਰਾਂ ਵੀ ਅਸੀਂ ਸਿਰਫ ਇਹ ਨਹੀਂ ਹੈਗਾ ਵੀ ਜਿਹਦੇ ਆਇਲਟਸ ਬਿਲਕੁਲ ਨਹੀਂ ਕੀਤਾ ਹੋਇਆ ਅਸੀਂ ਉਹਨਾਂ 'ਚ ਹੀ ਐਪਲੀਕੇਬਲ ਕਰਦੇ ਹਾਂ ਚੀਜ਼। ਹੁਣ ਕਈ ਬੱਚੇ ਸਾਡੇ ਕੋਲ ਆਉਂਦੇ ਨੇ ਜਿਵੇਂ 6 ਬੈਂਡ ਹੈ, 1 'ਚ 5.5 ਹੈ, 2 'ਚ 5.5 ਹੈ, ਅਸੀਂ ਉਹਨਾਂ ਨੂੰ ਪਹਿਲਾਂ ਹੀ ਪੁੱਛ ਦਿੰਦੇ ਹਾਂ ਵੀ ਤੁਸੀਂ ਐਜੀ ਕੋਰਸ ਦਿਵਾਉਣਾ ਚਾਹੁੰਦੇ ਹੋ ਜਾਂ ਬਿਨਾਂ ਐਜੀ ਕੋਰਸ ਦੇ ਤੁਸੀਂ ਅਪਲਾਈ ਕਰਨਾ ਚਾਹੁੰਦੇ ਹੋ। ਅਗਰ ਤੁਸੀਂ ਕਹਿੰਦੇ ਕੋਈ ਗੱਲ ਨਹੀਂ ਜੀ ਅਸੀਂ ਜਿਵੇਂ ਰਿਕੁਆਇਰਮੈਂਟ ਜਿਵੇਂ 6.5 ਬੈਂਡ ਦੀ ਰਿਕੁਆਇਰਮੈਂਟ ਹੈ, ਬੱਚੇ ਦੇ 6 ਬੈਂਡ ਓਵਰਆਲ ਅਤੇ ਉਹਦੇ 'ਚ ਐਜੀ ਕੋਰਸ ਲੱਗੇਗਾ ਹੀ ਲੱਗੇਗਾ ਬੱਚੇ ਦਾ। ਹੁਣ ਸਾਡਾ ਇਹ ਰਹਿੰਦਾ ਵੀ ਅਸੀਂ ਬੱਚੇ ਦਾ ਐਜੀ ਕੋਰਸ ਬਚਾ ਸਕਦੇ ਹਾਂ ਵੀ ਅਗਰ ਉਹਦਾ ਐਲੀਜੀਬਿਲਿਟੀ ਜਿਵੇਂ ਗ੍ਰੈਜੂਏਸ਼ਨ ਜਿਹੜੀ ਹੈਗੀ ਹੈ 2-3 ਸਾਲ ਤੋਂ ਜ਼ਿਆਦਾ ਪੁਰਾਣੀ ਨਹੀਂ ਹੈਗੀ ਅਤੇ ਇੰਗਲਿਸ਼ ਮੀਡੀਅਮ 'ਚ ਕੀਤੀ ਹੈ ਗ੍ਰੈਜੂਏਸ਼ਨ, ਅਤੇ ਐਸਾ ਬੱਚਾ ਅਪਲਾਈ ਕਰ ਸਕਦਾ ਹੈ ਵੀ ਲਾਈਕ ਬਿਨਾਂ ਆਪਣਾ ਇੰਗਲਿਸ਼ ਦੇ ਟੈਸਟ ਤੋਂ। ਅਤੇ ਅਸੀਂ ਉਹਨੂੰ ਆਪਸ਼ਨ ਦਿੰਦੇ ਹਾਂ ਵੀ ਅਗਰ ਤੁਸੀਂ ਐਜੀ ਕੋਰਸ ਨਾਲ ਅਪਲਾਈ ਕਰਨਾ ਚਾਹੁੰਦੇ ਹੋ ਤਾਂ ਵੀ ਠੀਕ ਹੈ, ਅਸੀਂ ਐਜੀ ਕੋਰਸ ਦੇ ਨਾਲ ਤੁਹਾਡਾ ਅਪਲਾਈ ਕਰਾ ਦਾਂਗੇ। ਅਗਰ ਤੁਸੀਂ ਕਹਿੰਦੇ ਵੀ ਨਹੀਂ ਜੇ ਅਸੀਂ ਐਜੀ ਕੋਰਸ ਨਹੀਂ ਦਿਵਾਉਣਾ ਹੈਗਾ ਅਤੇ ਅਸੀਂ ਸਿੱਧਾ ਡਾਇਰੈਕਟ ਮਾਸਟਰ ਡਿਗਰੀ 'ਚ ਜਾਣਾ ਜਾਂ ਬੈਚਲਰ ਡਿਗਰੀ 'ਚ ਜਾਣਾ, ਅਤੇ ਅਸੀਂ ਉਹ ਬੱਚੇ ਨੂੰ ਐਜੀ ਕੋਰਸ ਦਾ ਵੇਵਰ ਉਹ ਇਸੇ ਤਰੀਕੇ ਨਾਲ ਹੁੰਦਾ ਵੀ ਅਸੀਂ ਯੂਨੀਵਰਸਿਟੀ ਤੋਂ ਐਜੀ ਕੋਰਸ ਅਤੇ ਆਇਲਟਸ ਦਾ ਵੇਵਰ ਦਿੰਦੇ ਹਾਂ ਅਤੇ ਅਪਲਾਈ ਕਰਕੇ ਬੱਚੇ ਨੂੰ ਡਾਇਰੈਕਟ ਵੀਜ਼ਾ ਦੇ ਦਿੱਤਾ ਜਾਂਦਾ ਹੈ। ਇਸ ਕਰਕੇ ਦੋਨੋਂ ਤਰੀਕੇ ਦੇ ਬੱਚਿਆਂ ਨੂੰ ਇਹ ਸੂਟੇਬਲ ਹੈਗਾ। ਇੱਕ ਤਾਂ ਉਹ ਬੱਚੇ ਜਿਨ੍ਹਾਂ ਦੇ ਘੱਟ ਬੈਂਡ ਨੇ ਅਤੇ ਇੱਕ ਉਹ ਬੱਚੇ ਜਿਹੜੇ ਬੈਂਡ ਹੈ ਹੀ ਨਹੀਂ ਬਿਲਕੁਲ ਵੀ, ਜਿਵੇਂ 5.5 ਬੈਂਡ ਦੀ ਗੱਲ ਕਰੀਏ, 5 ਬੈਂਡ ਦੀ ਆਪਾਂ ਉਹਨੂੰ ਬੈਂਡ ਕੰਸੀਡਰ ਨਹੀਂ ਕਰਾਂਗੇ। ਅਤੇ ਐਸਾ ਬੱਚਾ ਵੀ ਲਾਈਕ ਜਿਹੜਾ ਬੱਚਾ ਬਿਲਕੁਲ ਨਹੀਂ ਪੇਪਰ ਦੇ ਸਕਦਾ ਉਹ ਵੀ ਇਹਦੇ ਵਿੱਚ ਅਪਲਾਈ ਕਰ ਸਕਦਾ। ਜਿਹਦੇ ਘੱਟ ਬੈਂਡ ਹੈ ਉਹ ਇੰਗਲਿਸ਼ ਦਾ ਖਰਚਾ ਬਚਾ ਸਕਦਾ ਹੈ ਅਤੇ ਵਿਦਾਊਟ ਆਇਲਟਸ ਅਪਲਾਈ ਕਰਕੇ ਵੀਜ਼ਾ ਲੈ ਸਕਦਾ। ਅਸੀਂ ਰਫਲੀ ਤੁਸੀਂ ਜਾ ਕੇ ਚਲੋ ਵੀ ਲੋਕਡਾਊਨ ਤੋਂ ਬਾਅਦ ਦੀ ਮੈਂ ਗੱਲ ਕਰਾਂ ਘੱਟੋ ਘੱਟ 28-29 ਵੀਜ਼ੇ ਅਸੀਂ ਲੈ ਚੁੱਕੇ ਹਾਂ, ਜਾਂ ਤਾਂ ਉਸ ਕੇਸ 'ਚ ਵੀ ਜਿਹਦੇ 'ਚ ਐਜੀ ਕੋਰਸ ਅਸੀਂ ਬਚਾਉਣ ਦੇ ਕਾਰਨ ਵੀ ਉਹਦਾ ਵਿਦਾਊਟ ਆਇਲਟਸ ਅਪਲਾਈ ਕੀਤਾ ਹੈ, ਜਾਂ ਉਹ ਬੱਚੇ ਜਿਨ੍ਹਾਂ ਨੇ ਆਇਲਟਸ ਕਦੇ ਕੀਤਾ ਹੀ ਨਹੀਂ ਸੀਗਾ ਅਤੇ ਉਹਨਾਂ ਦਾ ਅਸੀਂ ਅਪਲਾਈ ਕਰਕੇ ਵੀਜ਼ਾ ਦਿੱਤਾ। ਜੀ ਸਰ, ਕਿਉਂਕਿ ਮੋਸਟਲੀ ਜਿਹੜੇ ਰੀਸੈਂਟ ਪਾਸ ਆਊਟ ਸਟੂਡੈਂਟ ਹੈ ਹੁਣ ਸੀਬੀਐਸਈ ਆਈਸੀਐਸਈ ਬੋਰਡ ਵਾਲੇ, ਉਹਨਾਂ ਦਾ ਇੱਕ ਕੁਐਰੀ ਹੈ ਮੇਨਲੀ ਕਿ ਮੈਮ ਡਿਫਰੈਂਸ ਕੀ ਫੀਸ ਨੂੰ ਲੈ ਕੇ ਵੀ ਕੋਈ ਡਿਫਰੈਂਸ ਹੁੰਦਾ ਹੈ ਕਿ ਫੀਸ ਘਟਦੀ ਹੈ ਵੱਧਦੀ ਹੈ ਜਾਂ ਸਕਾਲਰਸ਼ਿਪ ਵਾਲੀ ਕੋਈ ਗੱਲ ਹੈ? ਆਪਾਂ ਇੰਨੇ ਵੀਜ਼ੇ ਲੈ ਚੁੱਕੇ ਹਾਂ ਇਹਦੇ ਵਿੱਚ, ਤੇ ਇਹਦੇ ਵਿੱਚ ਦੇਖੋ ਯੂਨੀਵਰਸਿਟੀ ਦੀ ਫੀਸ ਬੈਚਲਰ ਦੀ ਬੈਚਲਰ ਜਿੰਨੀ ਰਹਿਣੀ ਹੈ, ਮਾਸਟਰ ਦੀ ਮਾਸਟਰ ਜਿੰਨੀ ਰਹਿਣੀ ਹੈ। ਹੁਣ ਫਰਕ ਕਿੱਥੇ ਹੈ? ਬਲਕਿ ਵਿਦਾਊਟ ਆਇਲਟਸ ਦਾ ਜਿਹੜਾ ਪ੍ਰੋਗਰਾਮ ਹੈ ਸਸਤਾ ਹੁੰਦਾ ਹਮੇਸ਼ਾ ਮਹਿੰਗੇ ਹੋਣ ਦੀ ਬਜਾਏ। ਵੀ ਇਹਦਾ ਕਾਰਨ ਇਹ ਹੈ ਵੀ ਅਗਰ ਤੁਹਾਡੇ ਬੈਂਡ ਪੂਰੇ ਨਹੀਂ ਹੈਗੇ ਤੇ ਤੁਹਾਨੂੰ ਐਜੀ ਕੋਰਸ ਲਗਾਇਆ ਜਾਏਗਾ ਜੋ ਕਿ 3 ਲੱਖ ਰੁਪਏ ਦੇ ਆਸ-ਪਾਸ ਐਜੀ ਕੋਰਸ ਹੋਏਗਾ ਘੱਟੋ ਘੱਟ ਹਰ ਅੱਧੇ ਬੈਂਡ ਪਿੱਛੇ। ਅਗਰ ਅੱਧਾ ਬੈਂਡ ਦਾ ਤੁਹਾਡਾ ਫਰਕ ਹੈ ਵੀ ਤੁਸੀਂ ਲਾ ਲਓ ਵੀ 3 ਤੋਂ ਲੈ ਕੇ 3.5-4 ਲੱਖ ਰੁਪਏ ਦੇ ਵਿੱਚ ਤੁਹਾਡਾ ਖਰਚਾ ਵੱਧ ਜਾਂਦਾ ਅਗਰ ਅੱਧਾ ਬੈਂਡ ਘੱਟ ਹੈ ਤੁਹਾਡਾ। ਅਤੇ ਅਗਰ ਜਿਹੜੇ ਤਰੀਕੇ ਨਾਲ ਅਸੀਂ ਕਰ ਰਹੇ ਹਾਂ ਹੁਣ ਇਹਦੇ ਵਿੱਚ ਅਗਰ ਐਜੀ ਕੋਰਸ ਨਹੀਂ ਲੱਗ ਰਿਹਾ ਬੱਚੇ ਦਾ ਅਤੇ ਉਹਨੂੰ ਨੈਚੁਰਲੀ ਗੱਲ ਹੈ ਵੀ ਡਾਇਰੈਕਟ ਬੈਚਲਰ ਜਾਂ ਮਾਸਟਰ 'ਚ ਐਡਮਿਸ਼ਨ ਮਿਲ ਰਹੀ ਹੈ, ਅਤੇ ਐਸਾ ਬੱਚਾ ਬਿਨਾਂ ਉਹ ਐਕਸਟਰਾ ਖਰਚਾ ਕੀਤੇ ਵੀ ਸਿੱਧਾ ਜੋ ਵੀ ਡਾਇਰੈਕਟ ਬੈਚਲਰ 'ਚ ਫੀਸ ਆਉਣੀ ਹੈ ਜਾਂ ਮਾਸਟਰ ਫੀਸ ਆਉਣੀ ਹੈ, ਅੱਜ ਕੱਲ੍ਹ ਮੈਂ ਤੁਹਾਨੂੰ ਰਫਲੀ ਦੱਸ ਦਿੰਦਾ ਅਪਰੋਕਸੀਮੇਟਲੀ 7-7.5 ਲੱਖ ਰੁਪਏ ਸੋਚ ਕੇ ਚਲੋ 6 ਮਹੀਨੇ ਦੀ ਫੀਸ ਤੁਸੀਂ ਅਗਰ ਬੈਚਲਰ 'ਚ ਜਾਣੀ ਹੈ, ਮਾਸਟਰ 'ਚ ਜਾਣੀ ਹੈ, ਲੈਵਲ 1 ਦੀ ਯੂਨੀਵਰਸਿਟੀਆਂ ਜਾਂ G8 ਯੂਨੀਵਰਸਿਟੀਆਂ ਜਿਹੜੇ ਟੌਪ ਲੈਵਲ ਦੀ ਯੂਨੀਵਰਸਿਟੀਆਂ ਆਉਂਦੀਆਂ, ਅਤੇ ਇਹਨਾਂ ਵਿੱਚ ਅਗਰ ਤੁਸੀਂ ਅਪਲਾਈ ਕਰਨਾ ਹੈ ਤਾਂ ਇੰਨੀ ਕੁ ਤਾਂ ਤੁਸੀਂ ਐਕਸਪੈਕਟ ਕਰੋ ਵੀ ਇੰਨੀ ਕੁ ਫੀਸ ਤੁਹਾਡੀ ਆਏਗੀ। ਅਤੇ ਹੁਣ ਜਿਹੜਾ ਨੈਕਸਟ ਇਨਟੇਕ ਦੀ ਆਪਾਂ ਗੱਲ ਕਰੀਏ, ਫੈਬਰੀ ਇਨਟੇਕ ਨਿਕਲ ਚੁੱਕਿਆ ਹੈ ਅਤੇ ਅਗਲਾ ਜੁਲਾਈ ਇਨਟੇਕ ਹੈਗਾ। ਜੁਲਾਈ ਇਨਟੇਕ 'ਚ ਅਗਰ ਬੱਚਾ ਅਪਲਾਈ ਕਰਨਾ ਚਾਹੁੰਦਾ ਤਾਂ ਜ਼ਰੂਰ ਅਪਲਾਈ ਕਰ ਸਕਦਾ ਹੈ। ਬਟ ਉਹੀ ਗੱਲ ਆ ਜਾਂਦੀ ਹੈ, ਦੁਬਾਰਾ ਮੈਂ ਤੁਹਾਨੂੰ ਇੱਕ ਵਾਰੀ ਦੱਸ ਦਿੰਦਾ ਵੀ ਜਿਹੜੇ ਬੱਚਿਆਂ ਨੇ +2 ਕੀਤੀ ਹੈ 19 ਜਾਂ 20 ਪਾਸ ਆਊਟ ਹੋ ਤੁਸੀਂ, ਅਤੇ ਇੰਗਲਿਸ਼ 'ਚ 65% ਨੰਬਰ ਹੋਣੇ ਚਾਹੀਦੇ +2 'ਚ, ਅਤੇ CBSE ICSE ਬੋਰਡ ਤੋਂ ਹੀ ਹੋਣੇ ਚਾਹੀਦੇ ਹੋ, ਅਤੇ ਓਵਰਆਲ ਪਰਸੈਂਟੇਜ ਦਾ ਕੋਈ ਮੈਟਰ ਨਹੀਂ ਕਰਦਾ ਕਿ ਤੁਹਾਡੇ 50% ਵੀ ਓਵਰਆਲ ਹੈ ਤਾਂ ਵੀ ਤੁਸੀਂ ਐਲੀਜੀਬਲ ਹੋ। ਅਤੇ ਜਿਹੜੇ ਬੱਚਿਆਂ ਨੇ ਗ੍ਰੈਜੂਏਸ਼ਨ ਕੀਤੀ ਹੈ ਮੈਂ ਕਹੂੰਗਾ ਵੀ ਦੇਖੋ ਅਪਲਾਈ ਤਾਂ ਕਾਫੀ ਤਰੀਕੇ ਦੇ ਬੱਚੇ ਕਰ ਸਕਦੇ ਨੇ, ਬਟ ਮੈਂ ਥੋੜ੍ਹਾ ਜਿਹਾ ਫਿਲਟਰ ਕਰਕੇ ਤੁਹਾਨੂੰ ਦੱਸੂੰਗਾ ਵੀ ਜਿਹੜੇ ਬੱਚਿਆਂ ਨੇ ਵੀ ਗ੍ਰੈਜੂਏਸ਼ਨ ਕੀਤੀ ਹੈ 17, 18, 19 ਜਾਂ 20 'ਚ ਕੀਤੀ ਹੈ ਜਾਂ 21 'ਚ ਹੁਣ ਜਾ ਕੇ ਕਰਨ ਜਾ ਰਹੇ ਹੈ, ਐਸੇ ਬੱਚੇ ਅਗਰ ਤਾਂ ਸਿੰਗਲ ਕੇਸ ਅਪਲਾਈ ਕਰ ਰਹੇ ਨੇ ਜਾਂ ਫਿਰ ਘੱਟ ਪਰਸੈਂਟੇਜ ਵਾਲੇ ਵੀ ਘੱਟੋ ਘੱਟ 50% ਵੀ ਅਗਰ ਤੁਹਾਡੇ ਗ੍ਰੈਜੂਏਸ਼ਨ 'ਚ ਹੈਗੇ ਆ ਤੁਸੀਂ ਅਪਲਾਈ ਕਰ ਸਕਦੇ ਹੋ। ਬਟ ਇੱਕੋ ਹੀ ਸ਼ਰਤ ਹੈ ਵੀ ਜਿਹੜੀ ਗ੍ਰੈਜੂਏਸ਼ਨ ਹੈਗੀ ਹੈ ਜਾਂ ਮਾਸਟਰਸ ਕੀਤੀ ਹੈ ਜੋ ਵੀ ਤੁਸੀਂ ਪੜ੍ਹਾਈ ਕੀਤੀ ਹੈ ਉਹ ਇੰਗਲਿਸ਼ ਮੀਡੀਅਮ 'ਚ ਹੋਣੀ ਚਾਹੀਦੀ ਹੈ। ਵੀ ਉਹਦੇ ਵਿੱਚ ਕੀ ਹੁੰਦਾ ਵੀ ਸਾਨੂੰ ਇੱਕ ਯੂਨੀਵਰਸਿਟੀ ਜਾਂ ਤੁਹਾਡੇ ਕਾਲਜ ਤੋਂ ਇੱਕ ਲੈਟਰ ਚਾਹੀਦੀ ਹੈ ਵੀ ਜਿਹੜੀ ਤੁਸੀਂ ਪੜ੍ਹਾਈ ਕੀਤੀ ਹੈ ਤੇ ਐਗਜ਼ਾਮੀਨੇਸ਼ਨ ਜਿਹੜੇ ਹੋਏ ਨੇ ਉਹ ਇੰਗਲਿਸ਼ ਮੀਡੀਅਮ 'ਚ ਹੋਏ ਨੇ ਤੇ ਇੰਗਲਿਸ਼ ਲੈਂਗੁਏਜ ਆਫ ਇੰਸਟਰਕਸ਼ਨ ਜਿਹੜਾ ਸੀਗਾ ਇੰਗਲਿਸ਼ ਸੀਗਾ। ਉਹੀ ਜਿਵੇਂ UK 'ਚ ਹੁੰਦਾ ਸੇਮ ਪ੍ਰੋਸੈਸ ਤੇ ਹੀ ਅਪਲਾਈ ਅਸੀਂ ਯਾਨੀ ਕਿ ਡਾਕੂਮੈਂਟੇਸ਼ਨ ਸਾਨੂੰ ਚਾਹੀਦੀ ਹੈ। ਐਗਜ਼ੈਕਟਲੀ ਸਰ। ਇਹਦੇ ਨਾਲ ਇੱਕ ਲਾਸਟ ਇਹ ਵੀ ਹੈ ਮਨ ਦੇ ਵਿੱਚ ਡਾਊਟ, ਮੇਰਾ ਪਰਸਨਲ ਐਕਸਪੀਰੀਅੰਸ ਜੋ ਕਹਿੰਦਾ ਸਟੂਡੈਂਟਸ ਨਾਲ ਜਦੋਂ ਇੰਟਰੈਕਸ਼ਨ ਹੁੰਦੀ ਹੈ ਉਹਨਾਂ ਦੇ ਇੱਕ ਮਿਥ ਕ੍ਰੀਏਟ ਹੁੰਦਾ ਹੈ ਕਿ ਜਿਨ੍ਹਾਂ ਦੇ ਆਸਟ੍ਰੇਲੀਆ ਆਲਰੇਡੀ ਰਿਲੇਟਿਵਸ ਰਹਿ ਰਹੇ ਨੇ ਉਹ ਕਹਿ ਦਿੰਦੇ ਨੇ ਕਿ ਵੀ ਵਿਦਆਊਟ ਆਇਲਸ ਤੁਸੀਂ ਜੇ ਆਓਗੇ ਇੱਥੇ ਤੁਹਾਨੂੰ ਕੋਈ ਇੰਗਲਿਸ਼ ਦਾ ਟੈਸਟ ਕਰਨਾ ਪਏਗਾ, ਉਹਦੀ ਰਿਕੁਆਇਰਮੈਂਟ ਹੁੰਦੀ ਹੈ, ਉਹ ਜ਼ਰੂਰੀ ਹੁੰਦਾ। ਦੇਖੋ ਸਿੰਪਲ ਜੀ ਗੱਲ ਹੈ ਵੀ ਆਪਾਂ ਅਗਰ ਆਇਲਸ ਦੇ ਸਰਟੀਫਿਕੇਟ ਤੇ ਦੇਖੀਏ ਜਾਂ PT ਦੇ ਸਰਟੀਫਿਕੇਟ ਤੇ ਦੇਖੀਏ ਉਹਦੇ 'ਚ ਕਲੀਅਰ ਲਿਖਿਆ ਹੁੰਦਾ ਵੀ ਜਿਸ ਦਿਨ ਤੁਸੀਂ ਟੈਸਟ ਦਿੱਤਾ ਹੈ ਉਸ ਤੋਂ 2 ਸਾਲ ਤੱਕ ਦਾ ਇਹ ਵੈਲਿਡ ਹੈਗਾ, ਇਸ ਤੋਂ ਬਾਅਦ ਵੈਲਿਡ ਨਹੀਂ ਹੈਗਾ, ਕਰਨਾ ਪਏਗਾ। ਹੁਣ ਜਿਹੜੇ ਬੱਚੇ ਸਪੋਜ਼ ਕਰੋ ਆਪਾਂ ਐਗਜ਼ਾਮਪਲ ਲੈ ਕੇ ਚੱਲਦੇ ਹਾਂ ਵੀ ਇੱਕ ਬੱਚੇ ਨੂੰ ਅਸੀਂ ਵੀ ਇੱਕ ਬੱਚੇ ਦੇ 7 ਬੈਂਡ ਨੇ ਫੋਰ ਐਗਜ਼ਾਮਪਲ ਤੇ ਇੱਕ ਬੱਚੇ ਦੇ ਵਿਦਆਊਟ ਆਇਲਸ ਅਪਲਾਈ ਕਰ ਰਹੇ ਅੱਜ ਉਹਨੇ ਟੈਸਟ ਦੇਤਾ ਇੱਕ ਬੱਚੇ ਨੇ ਜੀ ਤੇ ਨੈਚੁਰਲੀ ਗੱਲ 2 ਮਹੀਨੇ ਤਾਂ ਲੱਗ ਹੀ ਜਾਣਗੇ ਫਾਈਲ ਲੈਣ ਨੂੰ, ਐਮਬੈਸੀ 'ਚ ਫਾਈਲ ਲਗਾਉਣ ਨੂੰ, ਵੀਜ਼ਾ ਲੈਣ ਨੂੰ।
ਚਲੋ ਜੀ ਉਸ ਤੋਂ ਬਾਅਦ ਉਹ 2 ਸਾਲ ਦੀ ਫੋਰ ਐਗਜ਼ਾਮਪਲ ਮਾਸਟਰਸ ਕਰ ਰਹੇ ਤੇ 2 ਸਾਲ ਜਦੋਂ ਉਹਦੀ ਮਾਸਟਰਸ ਕੰਪਲੀਟ ਹੋਏਗੀ ਵੀ 2 ਸਾਲਾਂ ਬਾਅਦ ਕੰਪਲੀਟ ਹੋਏਗੀ ਉਸ ਤੋਂ ਬਾਅਦ 2 ਮਹੀਨੇ ਪਹਿਲਾਂ ਜਿਹੜੇ ਨਿਕਲ ਚੁੱਕੇ ਨੇ ਯਾਨੀ ਕਿ ਸਵਾ 2 ਸਾਲ ਅਪਰੋਕਸੀਮੇਟਲੀ ਲੱਗ ਹੀ ਜਾਣੇ ਉਹਨੂੰ ਰਿਜ਼ਲਟ ਆਉਂਦੇ ਤੇ ਜਿਹੜਾ ਉਹਨੇ ਟੈਸਟ ਦਿੱਤਾ ਹੋਇਆ ਸੀ ਐਕਸਪਾਇਰਡ ਹੋ ਚੁੱਕਿਆ ਹੋਏਗਾ ਤਦ ਤੱਕ ਤੇ ਵੀ ਨੈਚੁਰਲ ਦੀ ਗੱਲ ਹੈ ਵੀ ਜੋ ਤੁਸੀਂ ਹੁਣ ਟੈਸਟ ਦੇ ਕੇ ਜਾਓ ਜਾਂ ਨਾ ਦੇ ਕੇ ਜਾਓ ਜਦ ਤੁਸੀਂ ਅੱਗੇ ਜਾ ਕੇ PR ਅਪਲਾਈ ਕਰਨੀ ਹੈ ਜਾਂ ਕੁਝ ਵੀ ਅੱਗੇ ਕਰਨਾ ਹੈ ਤੁਹਾਨੂੰ ਦੁਬਾਰਾ ਟੈਸਟ ਦੇਣਾ ਹੀ ਪਏਗਾ ਵੀ ਜਿਹੜਾ ਤੁਸੀਂ ਅਗਰ ਇੰਡੀਆ 'ਚ ਦੇ ਕੇ ਵੀ ਜਾ ਰਹੇ ਹੋ ਵੀ ਐਕਸਪਾਇਰ ਹੋ ਚੁੱਕਿਆ ਹੋਏਗਾ ਵੀ ਤੁਸੀਂ ਉੱਥੇ ਆ ਕੇ PR ਅਪਲਾਈ ਕਰਨੀ ਹੈ ਜਾਂ ਵਰਕ ਪਰਮਿਟ ਅਪਲਾਈ ਕਰਨਾ ਹੈ ਤੁਹਾਨੂੰ ਜਿਹੜਾ IELTS ਦਾ ਵੈਲਿਡ ਟੈਸਟ ਉੱਥੇ ਦੇਣਾ ਹੀ ਪਏਗਾ ਇਸ ਕਰਕੇ ਸਭ ਨੂੰ ਹੀ ਦੇਣਾ ਪਏਗਾ ਪੇਪਰ ਇਹ ਜਿਹੜਾ ਹੈਗਾ ਹੁਣ ਗੱਲ ਇਹ ਆ ਜਾਂਦੀ ਹੈ ਵੀ ਅਸੀਂ ਨਹੀਂ ਰੋਕਦੇ ਅਸੀਂ ਕਿਸੇ ਨੂੰ ਨਹੀਂ ਕਹਿੰਦੇ ਵੀ ਤੁਸੀਂ ਵਿਦਆਊਟ IELTS ਹੀ ਅਪਲਾਈ ਕਰੋ ਇਹ ਉਹਨਾਂ ਵਾਸਤੇ ਜਿਹੜੇ IELTS ਨਹੀਂ ਕਰ ਪਾ ਰਹੇ ਜਾਂ ਨਹੀਂ ਉਹਨਾਂ ਕੋਲ ਟਾਈਮ ਦੇਣ ਦਾ ਜਾਂ ਬਾਰ-ਬਾਰ ਟਰਾਈਆਂ ਮਾਰ ਚੁੱਕੇ ਨੇ ਕਿ ਉਹਨਾਂ ਦੇ ਨੰਬਰ ਨਹੀਂ ਆ ਰਹੇ ਇਹ ਉਹਨਾਂ ਦੀ ਇੱਕ ਪ੍ਰਿਵਿਲੇਜ ਵਾਲੀ ਗੱਲ ਨਹੀਂ ਵੀ ਇਹ ਬੱਚਾ ਹਰ ਕੋਈ ਨਾ ਸੋਚੇ ਵੀ ਅਸੀਂ ਇਹਦੇ ਵਿੱਚ ਵਿਦਆਊਟ IELTS ਅਪਲਾਈ ਕਰ ਦਈਏ ਇਹ ਉਹੀ ਬੱਚਿਆਂ ਵਾਸਤੇ ਅਸੀਂ ਉਹਨਾਂ ਨੂੰ ਆਪਸ਼ਨ ਦਿੰਦੇ ਹਾਂ ਵੀ ਜਿਹੜੇ ਬਾਕੀ ਬੱਚੇ ਟਰਾਈਆਂ ਮਾਰ ਚੁੱਕੇ ਨੇ ਨਹੀਂ ਕਰ ਪਾ ਰਹੇ ਹੈਗੇ ਵੀ ਮਜਬੂਰੀ ਦੇ ਵਿੱਚ ਕਰਨ ਵਾਲੀ ਗੱਲ ਹੈ ਵੀ ਬਜਾਏ ਕਿ ਸ਼ੌਕੀਆ ਕਰਨ ਦੀ ਕੋਈ ਛੱਡ ਜੀ ਪੇਪਰ ਕਾਹਨੂੰ ਦੇਣਾ ਆਪਾਂ ਕਾਹਨੂੰ ਟਾਈਮ 2-3 ਮਹੀਨੇ IELTS ਪੜ੍ਹਨਾ ਪਊਗਾ ਅਸੀਂ ਵਿਦਆਊਟ IELTS ਅਪਲਾਈ ਕਰ ਸਕਦੇ ਹਾਂ ਵੀ ਉਹਦੀ ਬਜਾਏ ਵੀ ਉਹ ਬੱਚੇ ਜਿਹੜੇ ਵਾਕਈ ਮਜਬੂਰ ਨੇ ਕਿਉਂਕਿ ਕਿਤੇ ਨਾ ਕਿਤੇ ਅਗਰ ਆਪਾਂ IELTS ਅਗਰ ਕੀਤਾ ਹੋਵੇ ਤੇ ਵੀ ਆਪਾਂ ਨੂੰ ਲੱਖ ਰੁਪਏ ਦੇ ਆਸ-ਪਾਸ ਘੱਟ ਫੀਸ ਵੀ ਮਿਲ ਸਕਦੀ ਹੈ ਜਬਲਬੰਦੀ ਯੂਨੀਵਰਸਿਟੀਆਂ 'ਚ ਵੀ ਅਗਰ ਬੱਚੇ ਦੇ 6.5 ਬੈਂਡ ਹੈ 6 ਤੋਂ ਘੱਟ ਨਹੀਂ ਹੈਗੇ ਤੇ ਤੁਸੀਂ ਐਕਸਪੈਕਟ ਕਰ ਸਕਦੇ ਹੋ ਲੈਵਲ 1 ਦੀਆਂ ਕਾਫੀ ਯੂਨੀਵਰਸਿਟੀਆਂ ਮਾਸਟਰਸ ਦੀਆਂ ਹੈਗੀਆਂ ਜੋ ਤੁਹਾਨੂੰ 6.5 ਲੱਖ ਰੁਪਏ ਦੀ ਰੇਂਜ 'ਚ ਮਿਲ ਜਾਣਗੀਆਂ ਤੇ ਅਗਰ ਆਪਾਂ ਗ੍ਰੈਜੂਏਸ਼ਨਾਂ ਦੀ ਗੱਲ ਕਰੀਏ ਉਹਦੇ ਵਿੱਚ ਵੀ ਅਪਰੋਕਸੀਮੇਟਲੀ 6.5 ਲੱਖ ਰੁਪਏ 'ਚ ਕਾਫੀ ਯੂਨੀਵਰਸਿਟੀਆਂ ਮਿਲ ਜਾਣਗੀਆਂ ਜੇ ਤੁਹਾਡੇ 6 ਬੈਂਡ ਓਵਰਆਲ ਨੇ ਤੇ 5.5 ਤੋਂ ਘੱਟ ਨਹੀਂ ਹੈਗੇ ਹੁਣ ਜਿਹੜੇ ਬੱਚੇ ਹੁਣ ਜਿਵੇਂ 5.5 ਤੇ ਬੈਠਿਆ ਕੋਈ ਬੱਚਾ ਕੋਈ ਜਾਂ 5 ਤੇ ਬੈਠਿਆ ਬੱਚਾ ਕਹਿੰਦਾ ਜੀ ਜਾਣਾ ਤਾਂ ਮੈਨੇ ਡਾਇਰੈਕਟ ਬੈਚਲਰ 'ਚ ਹੀ ਹੈ ਤੇ ਮੈਨੇ ਲੈਵਲ 1 'ਚ ਜਾਣਾ ਮੈਂ D2D ਵੀ ਨਹੀਂ ਅਪਲਾਈ ਕਰਨਾ ਤੇ ਮੈਨੇ ਦੁਬਾਰਾ ਪੇਪਰ ਵੀ ਨਹੀਂ ਦੇਣਾ ਚਾਹੁੰਦਾ ਕੋਈ ਗੱਲ ਨਹੀਂ ਜੀ ਅਗਰ ਤੁਸੀਂ ਐਲੀਜੀਬਲ ਤੁਸੀਂ ਜੀ ਸਦਕੇ ਆ ਸਕਦੇ ਹੋ ਸਾਡੇ ਕੋਲ ਤੇ ਅਪਲਾਈ ਕਰ ਸਕਦੇ ਹੋ ਤੇ ਬਾਕੀ ਸਾਡੀ ਕੰਪਨੀ ਕੋਈ ਤੁਹਾਡੇ ਤੋਂ ਜਿਹਨੂੰ ਕਹਿੰਦੇ ਵੀ ਵਿਦਆਊਟ IELTS ਅਗਰ ਤੁਸੀਂ ਅਪਲਾਈ ਕਰਦੇ ਹੋ ਕੋਈ ਇਹ ਨਹੀਂ ਹੈਗਾ ਵੀ ਅਸੀਂ ਤੁਹਾਨੂੰ ਕਹਿੰਦੇ ਵੀ ਜਾਓ 2 ਲੱਖ ਰੁਪਏ ਸਾਡਾ ਜਮ੍ਹਾਂ ਕਰਾਓ ਸਾਡੇ ਕੋਲ ਜਾਂ ਕੁਝ ਐਸੀ ਗੱਲਾਂ ਕੁਝ ਨਹੀਂ ਹੈਗੀਆਂ ਨੋਰਮਲ ਰੂਟੀਨ 'ਚ ਤੁਸੀਂ ਐਡਮਿਸ਼ਨ ਸਾਡੇ ਕੋਲ ਅਪਲਾਈ ਕਰਨੀ ਹੈ ਨੋਰਮਲ ਰੂਟੀਨ ਦੇ ਵਿੱਚ ਹੀ ਉਹੀ GT ਦੇ ਜਿਹੜੇ ਡਾਕੂਮੈਂਟੇਸ਼ਨ ਹੁੰਦੇ ਨੇ ਫਾਈਨੈਂਸ਼ੀਅਲ ਡਾਕੂਮੈਂਟਸ ਹੋਣਗੇ ਨੋਰਮਲ ਰੂਟੀਨ 'ਚ ਹੀ ਫੀਸ ਜਾਏਗੀ ਉਸੇ ਤਰੀਕੇ ਨਾਲ ਵੀਜ਼ਾ ਆਏਗਾ ਬਸ ਇਹਦੇ ਵਿੱਚ ਇੱਕੋ ਚੀਜ਼ ਮਾਈਨਸ ਕਰਨੀ ਹੈਗੀ ਹੈ ਉਹ ਹੈਗਾ ਵੀ IELTS ਜਾਂ PT ਦਾ ਕੋਈ ਸਰਟੀਫਿਕੇਟ ਨਹੀਂ ਚਾਹੀਦਾ ਜੇ ਤੁਹਾਡੀ ਐਲੀਜੀਬਿਲਿਟੀ ਬਣਦੀ ਹੈ ਹੁਣ ਜਿਹੜੀ ਯੂਨੀਵਰਸਿਟੀਆਂ ਬਾਹਰ ਦੀਆਂ ਹੈਗੀਆਂ ਉਹਨਾਂ ਨੇ ਇਹ ਚੀਜ਼ ਦੇਖ ਰੱਖੀ ਹੈ ਵੀ ਜਿਹੜੇ ਬੱਚਿਆਂ ਨੇ ਵੀ +2 ਜਿਵੇਂ CBSE ICSE ਜੋ ਹੈਗੇ ਨੇ ਇੰਗਲਿਸ਼ 'ਚ 65% ਨੰਬਰ ਹੈਗੇ ਨੇ ਜਾਂ ਫਿਰ ਜਿਨ੍ਹਾਂ ਨੇ ਗ੍ਰੈਜੂਏਸ਼ਨ ਕੀਤੀ ਇੰਗਲਿਸ਼ ਮੀਡੀਅਮ 'ਚ ਤੇ ਪਿਛਲੇ 2-3 ਸਾਲਾਂ 'ਚ ਕੰਪਲੀਟ ਕੀਤੀ ਹੈ ਵੀ ਉਹਨਾਂ ਦਾ ਐਕਸਪੀਰੀਅੰਸ ਇਹ ਹੈਗਾ ਵੀ ਅੱਗੇ ਬੈਚਲਰ ਜਾਂ ਮਾਸਟਰ ਉਹਨਾਂ ਨੇ ਪੜ੍ਹਨੀ ਹੈ ਤਾਂ ਉਹਨਾਂ ਨੂੰ ਦਿੱਕਤ ਨਹੀਂ ਆਉਂਦੀ ਹੈਗੀ ਪੜ੍ਹਾਈ ਕਰਨ 'ਚ ਤੇ ਉਹੀ ਗੱਲ ਆ ਗਈ ਵੀ ਅਗਰ ਉਹੀ ਬੱਚਾ ਪੰਜਾਬੀ ਮੀਡੀਅਮ 'ਚ ਪੜ੍ਹਿਆ ਜਾਂ ਹਿੰਦੀ ਮੀਡੀਅਮ 'ਚ ਪੜ੍ਹਿਆ ਕਿਸੇ ਨੇ BA ਕੀਤੀ ਹੈ ਜੀ 70% ਨੰਬਰ ਹੈ ਲੇਕਿਨ ਪੰਜਾਬੀ ਜਾਂ ਹਿੰਦੀ ਮੀਡੀਅਮ 'ਚ ਪੜ੍ਹਿਆ ਵੀ ਉਹਨੂੰ ਅੱਗੇ ਜਾ ਕੇ ਮਾਸਟਰਸ ਕਰਨ 'ਚ ਦਿੱਕਤ ਆਏਗੀ ਕਿਉਂਕਿ ਉਹਨੇ ਇੰਗਲਿਸ਼ ਮੀਡੀਅਮ 'ਚ ਨਹੀਂ ਪੜ੍ਹਿਆ ਤੇ ਨੈਚੁਰਲ ਦੀ ਗੱਲ ਉਹਨੂੰ ਵੇਵਰ ਨਹੀਂ ਮਿਲਣਾ ਚਾਹੀਦਾ ਹੈਗਾ ਟੈਕਨੀਕਲੀ ਤੇ ਇਸ ਕਰਕੇ ਵੀ ਸਾਡੀ ਕੰਪਨੀ ਇੱਕੋ ਹੀ ਗੱਲ ਹੈਗੀ ਹੈ ਵੀ ਸਾਡੀ ਕੰਪਨੀ ਦਾ ਅਸੂਲ ਵੀ ਜੋ ਅਸੀਂ ਕਹਿੰਦੇ ਹਾਂ ਤੇ ਉਹ ਕਰਕੇ ਦਿਖਾਉਂਦੇ ਹਾਂ ਵੀ ਉਹ ਗੱਲ ਨਹੀਂ ਹੁੰਦੀ ਵੀ ਇਕੱਠੇ ਕਰ ਲਓ ਫਾਈਲਾਂ ਜੀਆਂ ਤੁੱਕੇ ਮਾਰ ਦਿਓ ਉਸ ਤੋਂ ਬਾਅਦ ਫਾਈਲਾਂ ਮੋੜ ਦਿਓ ਨਹੀਂ ਜੀ ਹੋ ਨਹੀਂ ਰਿਹਾ ਕੰਮ ਵੀ ਇਹ ਰੂਲ ਚੇਂਜ ਹੋ ਗਿਆ ਉਹ ਚੇਂਜ ਐਸਾ ਕੁਝ ਨਹੀਂ ਹੈਗਾ ਅਸੀਂ ਜਦੋਂ ਲੋਕਡਾਊਨ ਹੋਇਆ ਸੀਗਾ ਉਦੋਂ ਅਸੀਂ ਵਿਦਆਊਟ IELTS ਦਾ ਕਨਸੈਪਟ ਲੈ ਕੇ ਆਏ ਸੀ ਵੀ ਵਿਦਆਊਟ IELTS ਤੁਸੀਂ ਅਪਲਾਈ ਕਰ ਸਕਦੇ ਹੋ ਕੋਈ ਦਿੱਕਤ ਵਾਲੀ ਗੱਲ ਨਹੀਂ ਉਹ ਇਸ ਕਰਕੇ ਲੈ ਕੇ ਆਏ ਸੀਗੇ ਸਿਰਫ ਇਸ ਕਰਕੇ ਵੀ ਬੱਚੇ IELTS ਦੇ ਸੈਂਟਰ ਬੰਦ ਸੀ ਕਿ ਬੱਚਾ ਨਹੀਂ ਤਿਆਰੀ ਕਰ ਪਾ ਰਿਹਾ ਸੀਗਾ ਤੇ ਕਿਤੇ ਨਾ ਕਿਤੇ ਵੀ ਉਹਨੂੰ ਬਾਹਰ ਜਾਣਾ ਚਾਹੁੰਦਾ ਸੀਗਾ ਜਾਂ ਅਪਲਾਈ ਕਰਕੇ ਵੀਜ਼ਾ ਲੈਣਾ ਚਾਹੁੰਦਾ ਸੀਗਾ ਤੇ ਬੱਚੇ ਨੂੰ ਐ ਸੀਗਾ ਵੀ ਕਿਸੇ ਨਾ ਕਿਸੇ ਲੋੜ ਸਾਨੂੰ ਵੀ ਵੀਜ਼ਾ ਮਿਲ ਜਾਏ ਤੇ IELTS ਦੀ ਤਿਆਰੀ ਮਜਬੂਰੀ 'ਚ ਨਹੀਂ ਕਰ ਪਾ ਰਿਹਾ ਸੀਗਾ ਤੇ ਵਿਦਆਊਟ IELTS ਅਗਰ ਮੈਂ ਕਨਸੈਪਟ ਦੀ ਗੱਲ ਕਰਾਂ ਵੀ 2017 ਤੋਂ ਵਿਦਆਊਟ IELTS ਦੇ ਬੱਚਿਆਂ ਨੂੰ ਵੀਜ਼ਾ ਲੈ ਕੇ ਦੇ ਰਹੇ ਸਿੰਗਲ ਕੇਸਿਸ 'ਚ ਵੀ ਸਪਾਊਸ ਕੇਸਿਸ 'ਚ ਬਟ ਇਹਨੂੰ ਅਸੀਂ ਐਸ ਸੱਚ ਇਨਕਰੇਜ ਨਹੀਂ ਕਰਦੇ ਸੀਗੇ ਸ਼ੁਰੂ ਤੋਂ ਹੀ ਵੀ ਸਿਰਫ ਮਜਬੂਰੀ ਵਾਲੀ ਕੇਸ 'ਚ ਕਰਦੇ ਸੀ ਵੀ ਨਹੀਂ ਯਾਰ ਇਹਦਾ ਕੋਈ ਸੋਲੂਸ਼ਨ ਨਹੀਂ ਬਣ ਰਿਹਾ ਵੀ ਇਹਨੂੰ ਕਰਵਾ ਦਈਏ ਅਸੀਂ ਕਿਸੇ ਤੋਂ ਬਟ ਜਿਹੜੇ ਬੱਚਿਆਂ ਨੇ ਆਲਰੇਡੀ ਜਿਵੇਂ ਹੁਣ ਵੀਜ਼ੇ ਦਿੱਤੇ ਨੇ ਤੇ ਉਹਨਾਂ ਦਾ ਬੜਾ ਵਧੀਆ ਐਕਸਪੀਰੀਅੰਸ ਰਿਹਾ ਹੈ ਤੇ ਹੁਣ ਤੁਸੀਂ ਸਾਡੀ ਫੇਸਬੁੱਕ ਜਾਂ ਇੰਸਟਾਗ੍ਰਾਮ ਤੇ ਜਾ ਕੇ ਦੇਖੋ ਮਈ 'ਚ ਜੂਨ 'ਚ ਜੁਲਾਈ ਅਗਸਤ ਸਤੰਬਰ ਅਸੀਂ ਇਹ ਮਹੀਨਿਆਂ ਦੇ ਵਿੱਚ ਅਸੀਂ ਵਿਦਆਊਟ IELTS ਦੀ ਕਾਫੀ ਪ੍ਰਮੋਸ਼ਨ ਕੀਤੀ ਸੀ ਵੀ ਵਿਦਆਊਟ IELTS ਤੁਸੀਂ ਅਪਲਾਈ ਕਰਕੇ ਵੀਜ਼ਾ ਲੈ ਸਕਦੇ ਹੋ ਤੇ ਤੁਸੀਂ ਸਤੰਬਰ ਤੋਂ ਬਾਅਦ ਫਿਰ ਤੁਸੀਂ ਦੇਖੋਗੇ ਵੀ ਬਥੇਰੇ ਸਿੰਗਲ ਜਾਂ ਸਪਾਊਸ ਕੇਸ ਦੀਆਂ ਫੋਟੋਆਂ ਵੀ ਪਈਆਂ ਹੋਈਆਂ ਵੀਡੀਓਜ਼ ਵੀ ਪਏ ਹੋਏ ਨੇ ਵੀ ਜਿਨ੍ਹਾਂ ਨੇ ਵਿਦਆਊਟ IELTS ਸਾਡੇ ਤੋਂ ਕੰਪਨੀ ਤੋਂ ਵੀਜ਼ੇ ਦਿੱਤੇ ਨੇ ਤੇ ਸਕਸੈਸਫੁਲੀ ਉਹਨਾਂ ਦੇ ਵੀਜ਼ੇ ਆਏ ਨੇ ਤੇ ਹੁਣ ਉਹ ਚੀਜ਼ ਉਹ ਆ ਜਾਂਦੀ ਹੈ ਵੀ ਜੋ ਅਸੀਂ ਕਿਹਾ ਅਸੀਂ ਕਰਕੇ ਦਿੱਤਾ
ਦਿੱਤਾ, ਅਸੀਂ ਇਹ ਡਿਲੀਵਰ ਕੀਤਾ। ਤੇ ਜਿਹੜੀ ਜਿਵੇਂ ਹੁਣ ਕਈ ਕੰਪਨੀਆਂ ਨੇ ਐਡ ਦਿੱਤੀ ਜੀ ਵੀ ਕੈਨੇਡਾ ਵਿਦਆਊਟ ਆਇਲਟਸ ਤੁਸੀਂ ਜਾ ਸਕਦੇ ਹੋ ਜੀ, ਕੋਈ ਲੋੜ ਨਹੀਂ ਹੈਗੀ ਜੀ ਫੀਸ ਆਫਟਰ ਵੀਜ਼ਾ। ਸਾਡੀ ਕੰਪਨੀ ਨੇ ਨਹੀਂ ਪ੍ਰਮੋਟ ਕੀਤਾ। ਲੋਕਾਂ ਨੇ ਡਿਲਿੰਗੋ ਨੂੰ ਬਹੁਤ ਪ੍ਰਮੋਟ ਕੀਤਾ ਕੰਪਨੀਆਂ ਨੇ ਵੀ ਡਿਲਿੰਗੋ ਤੇ ਤੁਸੀਂ ਕੈਨੇਡਾ ਦਾ ਵੀਜ਼ਾ ਲਓ ਜੀ, ਵੀ ਘਰੇ ਬੈਠੇ ਡਿਲਿੰਗੋ ਦਾ ਟੈਸਟ ਦਿਓ, ਚਲੋ ਵੀ ਅਪਲਾਈ ਕਰੋ, ਵੀਜ਼ਾ ਤੁਹਾਡਾ ਗ੍ਰਾਂਟ ਹੋ ਜਾਏਗਾ। ਸਾਡੀ ਕੰਪਨੀ ਨੇ ਕੋਈ ਇੱਕ ਪੋਸਟ ਤੁਸੀਂ ਦਿਖਾ ਦਿਓ ਸਾਡੀ ਕੰਪਨੀ ਦੀ ਹੁਣ ਤੋਂ ਲੈ ਕੇ ਪਿਛਲੇ 6 ਮਹੀਨੇ ਤੱਕ ਜਾਂ 1 ਸਾਲ ਤੱਕ ਜਿੱਥੇ ਸਾਡੀ ਕੰਪਨੀ ਡਿਲਿੰਗੋ ਦਾ ਨਾਮ ਤੇ ਕਿਹਾ ਹੋਏ ਵੀ ਡਿਲਿੰਗੋ ਤੇ ਤੁਸੀਂ ਵੀਜ਼ਾ ਲੈ ਸਕਦੇ ਹੋ। ਨਾ ਸਾਡੀ ਕੰਪਨੀ ਨੇ ਕੋਈ ਤੁਹਾਨੂੰ ਵਿਦਆਊਟ ਆਈਲੈਟਸ ਕੈਨੇਡਾ ਦੀ ਕੋਈ ਆਪਸ਼ਨ ਦਿੱਤੀ ਹੈ। ਤੇ ਜਿਹੜੀਆਂ ਚੀਜ਼ਾਂ ਨਹੀਂ ਹੁੰਦੀਆਂ ਜਾਂ ਅਸੀਂ ਪਹਿਲਾਂ ਉਹਨੂੰ ਟਰਾਈ ਕਰਕੇ ਉਹਦਾ ਰਿਜ਼ਲਟ ਨਾ ਦਿੱਤਾ ਹੋਏ ਤਦ ਤੱਕ ਅਸੀਂ ਉਹਨੂੰ ਪ੍ਰਮੋਟ ਨਹੀਂ ਕਰਦੇ ਹੈਗੇ, ਬੇਸ਼ੱਕ ਜੋ ਮਰਜ਼ੀ ਕੰਟਰੀ ਹੋਏ ਜਾਂ ਜਿਹੜਾ ਮਰਜ਼ੀ ਕੰਮ ਕਰ ਰਹੇ ਹੋਈਏ। ਹੁਣ ਕਾਫੀ ਕੰਪਨੀਆਂ ਨੇ ਤੁਸੀਂ ਦੇਖਿਆ ਵੀ ਡਿਲਿੰਗੋ ਦੇ ਬਹੁਤ ਕੰਸਲਟੈਂਟਸ ਨੇ, ਵੱਡੇ ਤੋਂ ਵੱਡੇ ਛੋਟੇ ਤੋਂ ਛੋਟੇ ਕੰਸਲਟੈਂਟ ਨੇ ਐਡ ਪਾਈ ਕਿ ਡਿਲਿੰਗੋ ਤੇ ਕੈਨੇਡਾ ਦਾ ਵੀਜ਼ਾ ਆਏਗਾ। ਇੱਕ ਕੰਪਨੀ ਯਾਨੀ ਕਿ ਉਹਨਾਂ ਨੂੰ ਇਹ ਪੁੱਛਣਾ ਜ਼ਰੂਰੀ ਹੈ ਸਭ ਤੋਂ ਪਹਿਲਾਂ ਵੀ ਤੁਸੀਂ ਕੋਈ ਵੀਜ਼ਾ ਦਿੱਤਾ ਸੀਗਾ, ਤੁਸੀਂ ਐਡ ਪਾਉਣ ਤੋਂ ਪਹਿਲਾਂ ਤੁਸੀਂ ਕੋਈ ਵੀਜ਼ਾ ਲੱਗਿਆ ਦਿਖਾ ਦਿਓ, ਫਿਰ ਸਮਝ ਆਉਂਦੀ ਵੀ ਠੀਕ ਹੈ ਜੀ ਤੁਹਾਡੀ ਐਡ ਜਸਟੀਫਾਈਡ ਹੈਗੀ ਹੈ। ਫਾਈਲਾਂ ਇਕੱਠੀਆਂ ਕਰਦੀਆਂ ਜੀ, ਡਿਲਿੰਗੋ ਤੇ ਐਡਮਿਸ਼ਨਾਂ ਵੀ ਆ ਗਈਆਂ ਜੀ, ਫਾਈਲ ਕਿਸੇ ਦੀ ਲੱਗੀ ਨਹੀਂ ਜਾਂ ਲੱਗੀ ਤੇ ਕਿਸੇ ਦਾ ਵੀਜ਼ਾ ਆਇਆ ਨਹੀਂ, ਸਭ ਦੀਆਂ ਫਾਈਲਾਂ ਮੋੜਤੀਆਂ, ਬੱਚਿਆਂ ਦੇ ਵੀ ਟਾਈਮ ਖਰਾਬ ਕੀਤਾ, ਕੰਸਲਟੈਂਟ ਨੇ ਆਪਣਾ ਵੀ ਟਾਈਮ ਕੀਤਾ ਤੇ ਆਪਦੀਆਂ ਬੇਇੱਜ਼ਤੀ ਵੀ ਕਰਵਾਈ ਆਪਦੀ ਵੀ ਮਾਰਕੀਟ ਵਿੱਚ ਵੀ ਬਥੇਰੀ ਕੰਪਨੀਆਂ ਨੇ ਬੇਇੱਜ਼ਤੀ ਕਰਾਈ ਇਸ ਮਾਮਲੇ 'ਚ ਵੀ ਡਿਲਿੰਗੋ ਦਾ ਕਹਿ ਕੇ ਤੇ ਉਸ ਤੋਂ ਬਾਅਦ ਰਿਟਰੈਕਟ ਕਰਕੇ ਨਹੀਂ ਜੀ ਵੈਸੀ ਵੀਜ਼ਾ ਨਹੀਂ ਦੇ ਰਹੀ। ਇਹਦਾ ਮਤਲਬ ਕੀ ਹੋਇਆ ਵੀ ਕੰਸਲਟੈਂਟ ਦੀ ਤਾਂ ਕੋਈ ਜਿਹੜੇ ਵੀ ਕੰਸਲਟੈਂਟ ਨੇ ਡਿਲਿੰਗੋ ਦਾ ਨਾਮ ਲਿੱਤਾ ਜਾਂ ਵਿਦਆਊਟ ਆਇਲਟਸ ਕੈਨੇਡਾ ਦੀ ਗੱਲ ਕੀਤੀ, ਸਮਝ ਲਓ ਵੀ ਉਹਨਾਂ ਦੀ ਕੋਈ ਵੈਲਿਊ ਨਹੀਂ ਰਹਿੰਦੀ ਜ਼ੁਬਾਨ ਦੀ। ਵੀ ਆਉਣ ਵਾਲੇ ਟਾਈਮ 'ਚ ਫਿਰ ਬੱਚਾ ਵੀ ਕਹਿੰਦਾ ਵੀ ਯਾਰ ਕਦੇ ਤੁਸੀਂ ਕੁਝ ਕਹਿੰਦੇ ਹੋ ਉਹ ਵੀ ਨਹੀਂ ਤੁਹਾਡੇ ਤੋਂ ਹੁੰਦਾ, ਫਿਰ ਤੁਸੀਂ ਕੁਝ ਹੋਰ ਕਹਿੰਦੇ ਹੋ ਉਹ ਵੀ ਨਹੀਂ ਹੁੰਦਾ ਹੈਗਾ। ਦੇਖੋ ਸਹੀ ਤਰੀਕੇ ਨਾਲ ਜੈਨਰਿਕ ਤਰੀਕੇ ਨਾਲ ਅਪਲਾਈ ਕਰੋ, ਤੁਹਾਡਾ ਵੀਜ਼ਾ ਅਪਲਾਈ ਹੋ ਜਾਏਗਾ ਤੇ ਗ੍ਰਾਂਟ ਹੋ ਜਾਏਗਾ। ਸਭ ਤੋਂ ਮੇਨ ਕੋਰ ਗੱਲ ਇਹ ਆ ਜਾਂਦੀ ਹੈ ਵੀ ਅਸੀਂ ਕੋਈ ਤੁਹਾਡਾ ਪ੍ਰਾਈਵੇਟ ਕਾਲਜ 'ਚ ਵਿਦਆਊਟ ਆਇਲਟਸ ਨਹੀਂ ਅਪਲਾਈ ਕਰ ਰਹੇ, ਕੋਈ 2 ਕਮਰਿਆਂ ਦੇ ਕਾਲਜ 'ਚ ਨਹੀਂ ਅਪਲਾਈ ਕਰ ਰਹੇ, ਅਸੀਂ ਲੈਵਲ 1 ਦੀਆਂ ਗਵਰਨਮੈਂਟ ਯੂਨੀਵਰਸਿਟੀ ਤੁਹਾਡਾ ਅਪਲਾਈ ਕਰਕੇ ਵੀਜ਼ਾ ਲੈ ਕੇ ਦੇ ਰਹੇ ਹਾਂ। ਤੇ ਇਹ ਚੀਜ਼ਾਂ ਸਾਰੀਆਂ ਵੀ ਜਦੋਂ ਵੀ ਆਪਾਂ ਅਪਲਾਈ ਕਰਦੇ ਹਾਂ ਗਵਰਨਮੈਂਟ ਯੂਨੀਵਰਸਿਟੀ 'ਚ ਲੈਵਲ 1 ਦੀ ਯੂਨੀਵਰਸਿਟੀ 'ਚ ਆਪਾਂ ਆਇਲਟਸ ਨਾਲ ਅਪਲਾਈ ਕਰੀਏ ਵਿਦਆਊਟ ਆਇਲਟਸ ਅਪਲਾਈ ਕਰੀਏ, ਸਕਸੈਸ ਰੇਟ ਵੈਸੇ ਹੀ ਹਾਈ ਹੁੰਦਾ ਹੈ। ਹੁਣ ਸ਼ਾਰਟਕਟ ਮਾਰਨ ਦੇ ਚੱਕਰ 'ਚ ਆਪਾਂ ਜਿਵੇਂ ਫॉर ਐਗਜ਼ਾਮਪਲ ਆਪਾਂ ਗੱਲ ਕਰੀਏ ਵੀ ਇੱਕ ਕੰਪੈਰੀਜ਼ਨ ਤੁਹਾਨੂੰ ਦੱਸਣਾ ਚਾਹੂੰਗਾ ਵੀ 5.5 ਬੈਂਡ ਹੈ ਫॉर ਐਗਜ਼ਾਮਪਲ ਬੱਚੇ ਦੇ, ਤੇ ਬੱਚੇ ਨੇ ਕੀਤੀ ਹੈ +2 ਕੀਤੀ ਹੈ ਜਾਂ ਫਿਰ ਗ੍ਰੈਜੂਏਸ਼ਨ ਕੀਤੀ ਹੈ, ਵੀ +2 ਵਾਲਾ ਬੱਚਾ ਡਿਪਲੋਮਾ ਲੀਡਿੰਗ ਟੂ ਡਿਗਰੀ ਅਪਲਾਈ ਕਰ ਸਕਦਾ ਹੈ ਆਸਟ੍ਰੇਲੀਆ ਦੇ ਵਿੱਚ ਲੈਵਲ 1 ਦੀ ਯੂਨੀਵਰਸਿਟੀ 'ਚ। ਹੁਣ ਇਹੀ ਸ਼ਾਰਟਕਟ ਕਿਵੇਂ ਵੱਜੇਗਾ ਇਸੀ ਚੀਜ਼ ਦਾ, ਲਓ ਜੀ ਪ੍ਰਾਈਵੇਟ ਕਾਲਜ 'ਚ ਅਪਲਾਈ ਕਰ ਦਿਓ, ਡਿਪਲੋਮਾ 2 ਸਾਲ ਦਾ ਦੇ ਦਾ ਲੱਗਿਆ ਨਹੀਂ ਸੀ। ਹੁਣ ਉਹਦੇ ਵਿੱਚ ਸਕਸੈਸ ਰੇਟ ਹੈ 10% ਤੇ ਇਹਦੇ ਵਿੱਚ 90 ਤੋਂ ਜਾ ਕੇ 100% ਹੈ ਜਿਹੜਾ ਡਿਪਲੋਮਾ ਲੀਡਿੰਗ ਡਿਗਰੀ ਕਰ ਰਹੇ। ਦੋਨੇ ਹੀ 5.5 ਤੇ ਦੋਨਾਂ ਦਾ ਖਰਚਾ ਵੀ ਸੇਮ ਹੈ, ਬਟ ਹੁਣ ਫਰਕ ਰਹਿ ਗਿਆ ਕੰਸਲਟੈਂਟ ਦਾ, ਵੀ ਕੰਸਲਟੈਂਟ ਤੁਹਾਡਾ ਕਿਸ ਤਰੀਕੇ ਨਾਲ ਫਾਇਦਾ ਆ ਰਿਹਾ। ਅੱਜ ਦੀ ਮੈਂ ਗੱਲ ਕਰੂੰਗਾ ਜੀ, ਤੇ ਜੋ ਕਿ ਅਸੀਂ ਪ੍ਰਮੋਟ ਨਹੀਂ ਕੀਤਾ ਵੈਸੇ ਸੱਚ ਉਸ ਚੀਜ਼ ਨੂੰ, ਵੀ ਅਸੀਂ ਇੱਕ ਕੇਸ ਸਾਡੇ ਕੋਲ ਆਇਆ ਸੀਗਾ 5.5 ਬੈਂਡ ਤੇ ਬੱਚੇ ਦੇ ਜਿਹੜੇ +2 ਕੀਤੀ ਸੀ, ਗ੍ਰੈਜੂਏਸ਼ਨ ਕੀਤੀ ਸੀ, ਗ੍ਰੈਜੂਏਸ਼ਨ ਤੋਂ ਬਾਅਦ ਉਹਨੇ ਮਾਸਟਰ 'ਚ ਅਪਲਾਈ ਕਰਨਾ। 5.5 ਬੈਂਡ ਤੇ ਤੁਹਾਨੂੰ ਪਤਾ ਵੀ ਇੰਨੀ ਜਲਦੀ ਲਾਈਕ ਕੋਈ ਵੀ ਯੂਨੀਵਰਸਿਟੀ ਮਾਸਟਰ ਦੀ ਐਡਮਿਸ਼ਨ ਨਹੀਂ ਦਿੰਦੀ। ਅਸੀਂ ਬੱਚੇ ਨੂੰ ਪ੍ਰੀ ਮਾਸਟਰ ਲੈ ਕੇ ਦਿੱਤੀ ਜਿਹਦੀ ਫੀਸ ਸਾਰੀ 5 ਲੱਖ ਰੁਪਏ ਫੀਸ ਸੀਗੀ 6 ਮਹੀਨੇ ਦੀ, ਲੀਡਿੰਗ ਟੂ ਮਾਸਟਰ ਡਿਗਰੀ। 2.5 ਸਾਲ ਦਾ ਬੱਚੇ ਦਾ ਵੀਜ਼ਾ ਗ੍ਰਾਂਟ ਹੋਇਆ ਜੀ, 5.5 ਬੈਂਡ ਤੇ ਬੱਚੇ ਦਾ ਵੀਜ਼ਾ ਗ੍ਰਾਂਟ ਕੀਤਾ ਗਿਆ। ਹੁਣ ਗੱਲ ਇੱਥੇ ਆ ਜਾਂਦੀ ਹੈ ਵੀ ਉਹੀ ਕੇਸ ਨੂੰ ਅਗਰ ਕੋਈ ਜਿਹਨੂੰ ਕਹਿੰਦੇ ਆ ਵੀ ਟਰਾਈ ਮਾਰਨ ਵਾਸਤੇ ਵੀ ਕੋਈ ਕੰਸਲਟੈਂਟ ਫੜ ਦਿੰਦਾ, ਉਹ ਕੀ ਕਰੇਗਾ 5.5 ਬੈਂਡ ਤੇ ਗ੍ਰੈਜੂਏਸ਼ਨ ਤੋਂ ਬਾਅਦ ਉਹਨੂੰ ਡਿਪਲੋਮੇ ਦਾ ਕੋਰਸ ਦੇ ਦੇਗਾ, ਜਾਂ ਉਹਨੂੰ ਕਹੇਗਾ ਜੀ +2 ਤੋਂ ਬਾਅਦ ਤੁਸੀਂ ਹਾਈਡ ਕਰ ਦਿਓ ਗ੍ਰੈਜੂਏਸ਼ਨ, ਵਰਕ ਐਕਸਪੀਰੀਅੰਸ ਦਿਖਾ ਕੇ ਆਪਾਂ ਡਿਪਲੋਮੇ 'ਚ ਫਾਇਦਾ ਦਿੰਦੇ ਹਾਂ ਵੀ ਪ੍ਰਾਈਵੇਟ ਕਾਲਜ 'ਚ ਫਿਰ ਆਫਟਰ ਵੀਜ਼ਾ ਵੀ ਕਰ ਦਾਂਗੇ। ਕੋਈ ਪਤਾ ਉਹਨੂੰ ਤੁੱਕਾ ਮਾਰਨਾ ਲੱਗ ਗਿਆ, ਲਾਟਰੀ ਨਹੀਂ ਲੱਗਿਆ ਤਾਂ ਵੀ ਅਸੀਂ ਕਿਹੜਾ ਤੁਹਾਡਾ ਤੋਂ ਕੁਝ ਦਿੱਤਾ, ਜਾਓ ਜੀ ਆਪਣੇ ਡਾਕੂਮੈਂਟ ਤੇ ਜਾਓ, ਬੱਚੇ ਦੀ ਪ੍ਰੋਫਾਈਲ ਹੋ ਜਾਂਦੀ ਹੈ ਖਰਾਬ ਉੱਥੇ। ਹੁਣ ਐਸੇ ਸਾਡੇ ਕੋਲ ਬਹੁਤ ਬੱਚੇ ਆਉਂਦੇ ਨੇ ਜਿਹੜੇ ਸਿਰਫ ਆਪਦੇ ਕੰਸਲਟੈਂਟ ਦੀ ਗਲਤੀ ਦੇ ਕਾਰਨ ਵੀ ਵੀਜ਼ਾ ਰਿਫਿਊਜ਼ ਕਰਾ ਕੇ ਆਉਂਦੇ ਨੇ, ਜੋ ਕਿ ਆਰਾਮ ਨਾਲ ਵੀਜ਼ਾ ਆ ਸਕਦਾ ਸੀ। ਕੱਲ ਵੀ ਸੰਡੇ ਦਾ ਦਿਨ ਸੀਗਾ, ਵੀ ਕਾਲਸ ਸਾਨੂੰ ਆਉਂਦੀਆਂ ਰਹਿੰਦੀਆਂ, ਬੱਚੇ ਦੀ ਕਾਲ ਆਈ ਜੀ 7.5 ਬੈਂਡ ਬੱਚੇ ਦੇ 7 ਤੋਂ ਘੱਟ ਨਹੀਂ, 2018 'ਚ ਬੱਚੇ ਨੇ ਮੈਡੀਕਲ 'ਚ +2 ਕੀਤੀ ਸੀ, 80-85% ਨੰਬਰ ਸੀ। ਕੰਸਲਟੈਂਟ ਨੇ ਫਾਇਦਾ ਹੈ ਜੀ 2-3 ਸਾਲ ਦੇ ਗੈਪ 'ਚ ਕੁਛ ਨਹੀਂ ਦਿਖਾਇਆ, ਵੀਜ਼ਾ ਅਪਲਾਈ ਕਰਾਤਾ, ਵੀਜ਼ਾ ਰਿਜੈਕਟ ਹੋ ਗਿਆ, ਦੁਬਾਰਾ ਥੋੜੇ ਦਿਨ ਬਾਅਦ ਫਾਇਦਾ ਆਤੀ, ਵੀਜ਼ਾ ਰਿਜੈਕਟ ਹੋ ਗਿਆ। ਐਗਰੀਕਲਚਰ ਦਾ ਕੋਰਸ ਦਿੱਤਾ ਬੱਚੇ ਨੇ, ਮੈਡੀਕਲ ਦਾ ਪੜ੍ਹਾਈ ਕੀਤੀ ਸੀ +2 ਮੈਡੀਕਲ 'ਚ। ਹੁਣ ਇਹਦੇ ਵਿੱਚ ਵੀ ਹੁਣ ਸਾਡੀ ਕੰਪਨੀ ਨੇ ਰੀਸੈਂਟਲੀ ਵੀਜ਼ਾ ਦਿੱਤਾ, 2015 ਪਾਸ ਆਊਟ ਸੀ ਬੱਚਾ, +2 2015 ਸੀ, 6 ਬੈਂਡ ਸੀ, ਇੱਕ 'ਚ 5.5 ਅਸੀਂ ਵੀਜ਼ਾ ਦਿੱਤਾ। ਹੁਣ ਬੱਚਾ ਕਹਿੰਦਾ ਜੀ ਮੇਰਾ ਤੁਸੀਂ 15 ਪਾਸ ਆਊਟ ਦਾ ਵੀਜ਼ਾ ਲੈ ਲਿਆ ਤੇ ਹੁਣ ਮੇਰਾ 18 ਪਾਸ ਆਊਟ ਹੈ, 7.5 ਬੈਂਡ ਹੈ, ਮੇਰਾ ਕਿਉਂ ਰਿਫਿਊਜ਼ ਹੈ? ਫਰਕ ਕੀ ਸੀ? ਗੈਪ 'ਚ ਕੁਛ ਨਹੀਂ ਦਿਖਾਇਆ ਸੀ, ਕੋਈ ਫਾਈਨੈਂਸ਼ੀਅਲ ਡਾਕੂਮੈਂਟ ਨਹੀਂ ਦਿਖਾਏ ਸੀ, ਸਟੇਟਮੈਂਟ ਪਰਪਸ ਨਹੀਂ ਸੀ, ਕੋਰਸ ਰੈਲੇਵੈਂਸੀ ਕੁਛ ਨਹੀਂ ਦਿਖਾਈ ਸੀ, ਵੀਜ਼ਾ ਰਿਜੈਕਟ ਹੋ ਗਿਆ। ਇਸ ਕਰਕੇ ਇਹ ਨਾ ਸੋਚੋ ਤੁਹਾਡੇ ਬੈਂਡ ਵਧੀਆ ਨੇ ਤੇ ਤੁਹਾਡੇ ਨੰਬਰ ਵਧੀਆ ਨੇ ਤੁਹਾਡਾ ਵੀਜ਼ਾ ਆ ਜਾਏਗਾ। ਇਹ ਦੇਖੋ ਵੀ ਕੰਸਲਟੈਂਟ ਦੀ ਤੁਹਾਨੂੰ ਕਿੰਨੀ ਕੁ ਨੌਲੇਜ ਹੈ, ਕਿੰਨਾ ਐਕਸਪੀਰੀਅੰਸ, ਕਿੰਨੀ ਮਿਹਨਤ ਕਰਦਾ ਤੁਹਾਡੇ ਕੇਸ ਤੇ ਵੀਜ਼ਾ ਲੈਣ ਵਾਸਤੇ।
ਜੀ ਬਿਲਕੁਲ ਸਰ, ਜਿਵੇਂ ਤੁਹਾਨੂੰ ਸਰ ਨੇ ਬਹੁਤ ਜ਼ਿਆਦਾ ਡਿਟੇਲ ਦੇ ਵਿੱਚ ਜਾ ਕੇ ਐਕਸਪੀਰੀਅੰਸ ਦੇ ਨਾਲ ਤੁਹਾਨੂੰ ਦੱਸਿਆ ਹੈ ਵੀ ਕਿ ਹਰ ਪ੍ਰੋਫਾਈਲ ਤੇ ਡਿਪੈਂਡ ਕਰਦਾ ਹੈ। ਵਿਦਆਊਟ ਆਇਲਸ ਤੇ ਵਿਦ ਆਇਲਸ ਤੁਸੀਂ ਅਪਲਾਈ ਕਰ ਸਕਦੇ ਹੋ। ਸਕਸੈਸ ਰੇਟ ਦੋਨਾਂ ਦਾ 100% ਹੈ। ਇੱਕ ਗੱਲ ਮੈਂ ਐਡ ਆਨ ਕਰਨਾ ਚਾਹੂੰਗੀ, ਕਿਉਂਕਿ ਜਿੱਦਾਂ ਆਪਾਂ ਗੱਲ ਕੀਤੀ ਸੀ ਲੈਂਗੁਏਜ ਐਫੀਸ਼ੀਐਂਸੀ ਦੀ ਕਿ ਇੰਗਲਿਸ਼ ਟੈਸਟ ਉੱਧਰ ਜਾ ਕੇ ਕੋਈ ਕਰਨਾ ਤੇ ਨਹੀਂ ਪੈਂਦਾ, ਜਿੱਦਾਂ ਆਇਲਸ ਐਕਸਪਾਇਰ ਹੋ ਜਾਂਦਾ ਉਸ ਤੋਂ ਬਾਅਦ ਹਰ ਬੱਚੇ ਨੂੰ ਕਰਨਾ ਪੈਂਦਾ ਹੈ। ਇਹਦੇ ਨਾਲ ਹੀ ਮਨ ਦੇ ਵਿੱਚ ਬੱਚਿਆਂ ਦੇ ਇਹ ਵੀ ਡਾਊਟ ਹੋਏਗਾ ਕਿ ਕੀ ਇੰਟਰਵਿਊ ਤਾਂ ਨਹੀਂ ਆ ਜਾਂਦੀ ਹੈ ਜਦੋਂ ਅਸੀਂ ਐਸਓਪੀ ਨਾਲ ਆਪਣਾ GTE ਕਲੀਅਰ ਕਰਵਾ ਦਿੰਦੇ ਹਾਂ, ਇੰਟਰਵਿਊ ਤਾਂ ਨਹੀਂ ਆ ਜਾਂਦੀ? ਇੰਟਰਵਿਊ ਆਉਂਦੀ ਹੈ, ਸਭ ਨੂੰ ਆਉਂਦੀ ਹੈ, ਭਾਵੇਂ ਤੁਸੀਂ ਵਿਦ ਆਇਲਸ ਕਰੋ ਜਾਂ ਵਿਦਆਊਟ ਆਇਲਸ ਕਰੋ, ਦੋਨਾਂ ਨੂੰ ਤੁਹਾਨੂੰ ਦੋਨਾਂ ਕੇਸਿਸ ਦੇ ਵਿੱਚ ਇੰਟਰਵਿਊ ਵੀ ਆਏਗੀ, ਟੈਲੀਫੋਨਿਕ ਵੀ ਆ ਸਕਦੀ ਹੈ, ਸਕਾਈਪ ਵੀ ਆ ਸਕਦੀ ਹੈ। ਉਹ ਡਿਪੈਂਡ ਕਰਦਾ ਹੈ ਉਹਦੇ ਲਈ ਤੁਸੀਂ ਬੱਚੇ, ਕਿਉਂਕਿ ਜਿਸ ਬੱਚੇ ਨੇ ਆਲਰੇਡੀ ਆਇਲਸ ਵੇਵਰ ਲੈਣਾ ਹੈ, CBSE ਵਾਲਾ ਬੋਰਡ ਹੈ ਤੁਹਾਡਾ, ICSE ਬੋਰਡ ਹੈ, ਤੁਹਾਡੀ ਗ੍ਰੈਜੂਏਸ਼ਨ ਇੰਗਲਿਸ਼ ਮੀਡੀਅਮ ਦੇ ਵਿੱਚ ਹੈ, ਤਾਂ ਡੈਫੀਨੇਟਲੀ ਤੁਸੀਂ ਆਰਾਮ ਨਾਲ ਆਪਣਾ ਇੰਟਰਵਿਊ ਕਲੀਅਰ ਕਰ ਸਕਦੇ ਹੋ। ਉਹ ਟੈਨਸ਼ਨ ਹੀ ਨਹੀਂ ਹੈ। ਮੈਟਰ ਜੋ ਕਰਦਾ ਉਹ ਤੁਹਾਡੇ ਡਾਕੂਮੈਂਟਸ ਮੈਟਰ ਕਰਦੇ ਨੇ, SOP ਕਿਸ ਤਰੀਕੇ ਨਾਲ ਲਿਖੀ ਗਈ ਹੈ ਤੇ ਤੁਹਾਡੇ ਡਾਕੂਮੈਂਟਸ ਕੋਈ ਫੇਕ ਡਾਕੂਮੈਂਟ ਤਾਂ ਨਹੀਂ ਹੈ, ਕੁਝ ਹਾਈਡ ਤਾਂ ਨਹੀਂ ਕੀਤਾ, ਐਕਸਪੀਰੀਅੰਸ ਪ੍ਰੋਪਰ ਹੈ ਜਾਂ ਨਹੀਂ ਹੈ, ਇਹ ਸਾਰੀਆਂ ਚੀਜ਼ਾਂ ਮੈਟਰ ਕਰਦੀ ਹੈ। ਸੇਮ ਪ੍ਰੋਫਾਈਲ ਤੇ ਵਿਦ ਆਇਲਸ ਤੇ ਵੀ ਤੇ ਵਿਦਆਊਟ ਆਇਲਸ ਤੇ ਵੀ। ਜਿੰਨੇ ਵੀ ਇੰਟਰਸਟਡ ਸਟੂਡੈਂਟ ਹੈ ਉਹ ਗੱਲ ਕਰ ਸਕਦੇ ਨੇ ਹੇਠ ਦਿੱਤੇ ਗਏ ਨੰਬਰ ਤੇ। ਇਸ ਵੀਡੀਓ ਤੋਂ ਬਾਅਦ, ਇਸ ਲਾਈਵ ਸੈਸ਼ਨ ਤੋਂ ਬਾਅਦ ਵੀ ਤੁਸੀਂ ਕਾਲ ਕਰ ਸਕਦੇ ਹੋ। ਨੀਅਰੈਸਟ ਬ੍ਰਾਂਚਸ ਤੇ ਤੁਸੀਂ ਵਿਜ਼ਿਟ ਵੀ ਕਰ ਸਕਦੇ ਹੋ। ਸਰ ਚਲਦੇ ਹੋਏ ਕੋਈ ਐਡਵਾਈਸ ਨਵੇਂ ਇਨਟੇਕ ਲਈ? ਦੇਖੋ, ਇਨਟੇਕ ਹੁਣ ਆ ਰਿਹਾ ਹੈ ਅਗਲਾ ਜੂਨ ਜਾਂ ਜੁਲਾਈ ਇਨਟੇਕ ਹੈ ਜ਼ਿਆਦਾਤਰ ਕਾਲਜਿਸ ਯੂਨੀਵਰਸਿਟੀਜ਼ ਦੇ ਵਿੱਚ। ਵਿਦ ਆਇਲਸ ਵੀ ਅਪਲਾਈ ਹੁੰਦਾ ਹੈ, ਵਿਦਆਊਟ ਆਇਲਸ ਵੀ ਅਪਲਾਈ ਹੁੰਦਾ ਹੈ, ਕੋਈ ਦਿੱਕਤ ਦੀ ਗੱਲ ਨਹੀਂ। ਜੇ ਵਿਦਆਊਟ ਆਇਲਸ ਅਪਲਾਈ ਕਰਨਾ ਆਪਣੀ ਡਿਸਕਸ਼ਨ ਹੋ ਚੁੱਕੀ ਹੈ। ਜੇ ਵਿਦ ਆਇਲਸ ਵੀ ਅਗਰ ਤੁਹਾਡੇ ਘੱਟ ਬੈਂਡ ਹੈ ਤਾਂ 5.5 ਬੈਂਡ ਅਗਰ ਤੁਹਾਡੇ ਓਵਰਆਲ ਨੇ 5 ਤੋਂ ਘੱਟ ਨਹੀਂ ਆਇਲਸ ਜਾਂ PT ਕੀਤੀ ਹੈ, ਤੁਸੀਂ +2 ਤੋਂ ਬਾਅਦ ਡਿਪਲੋਮਾ ਦੀ ਡਿਗਰੀ ਅਪਲਾਈ ਕਰ ਸਕਦੇ ਹੋ। ਤੇ ਅਗਰ ਤੁਸੀਂ ਬੈਚਲਰ ਕੀਤੀ ਹੋਈ ਹੈ ਤਾਂ ਪ੍ਰੀ ਮਾਸਟਰ ਦੀ ਮਾਸਟਰ ਅਪਲਾਈ ਕਰ ਸਕਦੇ ਹੋ। ਤੇ ਇਸ ਤੋਂ ਇਲਾਵਾ ਅਗਰ ਤੁਹਾਡਾ ਗੈਪ ਜ਼ਿਆਦਾ ਹੈਗਾ ਵੀ, ਅਗਰ +2 ਤੋਂ ਬਾਅਦ ਅਸੀਂ ਮੈਕਸਿਮਮ 3 ਸਾਲ ਦਾ ਗੈਪ ਐਕਸੈਪਟ ਕਰਦੇ ਹਾਂ ਆਸਟ੍ਰੇਲੀਆ ਦੀ, ਤੇ ਅਗਰ ਗ੍ਰੈਜੂਏਸ਼ਨ ਤੋਂ ਬਾਅਦ ਤੁਸੀਂ ਅਗਰ 10 ਸਾਲ ਦਾ ਵੀ ਤੁਹਾਡਾ ਗੈਪ ਹੈਗਾ ਗ੍ਰੈਜੂਏਸ਼ਨ ਤੋਂ ਬਾਅਦ, ਉਹ ਵੀ ਐਕਸੈਪਟੇਬਲ ਹੈਗਾ। ਬਟ ਵੀ ਓਵਰਆਲ ਤੁਹਾਡੇ ਪਰਸੈਂਟੇਜ ਤੇ ਲਾਈਕ ਜਿਹੜੇ ਬੈਂਡਸ ਵਧੀਆ ਹੋਣੇ ਚਾਹੀਦੇ ਨੇ, ਵੀ ਗੈਪ ਦੀ ਹੀ ਕਮੀ ਹੋਣੀ ਚਾਹੀਦੀ, ਹੋਰ ਕੋਈ ਕਮੀ ਨਾ ਹੋਵੇ ਤੁਹਾਡੇ ਕੇਸ 'ਚ। ਬਾਕੀ ਔਖੀ ਪ੍ਰੋਫਾਈਲ ਦਾ ਵੀਜ਼ਾ ਕਿਵੇਂ ਦੇਣਾ ਹੈ ਉਹ ਸਾਡੀ ਕੰਪਨੀ ਬਹੁਤ ਵਧੀਆ ਤਰੀਕੇ ਨਾਲ ਜਾਣਦੀ ਹੈ। ਤੇ ਮੈਂ ਬਲਕਿ ਉਹ ਬੱਚਿਆਂ ਨੂੰ ਜ਼ਰੂਰ ਇਨਵਾਈਟ ਕਰਨਾ ਚਾਹੂੰਗਾ ਜਾਂ ਬੁਲਾਉਣਾ ਚਾਹੂੰਗਾ ਵੀ ਜਿਹੜੇ ਬੱਚਿਆਂ ਦੀ ਫਾਈਲ ਮੁਸ਼ਕਿਲ ਹੈ ਜਾਂ ਜਿਹੜੀ ਰਿਜੈਕਟ ਕਰਾ ਚੁੱਕੇ ਨੇ, ਜਾਂ ਕਿਤੇ ਨਾ ਕਿਤੇ ਉਹਨਾਂ ਨੂੰ ਕੋਈ ਕੰਸਲਟੈਂਟ ਰਾਹ ਨਹੀਂ ਪਾ ਰਿਹਾ, ਜਾਂ ਉਹਨਾਂ ਦਾ ਟਾਈਮ ਖਰਾਬ ਕਰ ਰਿਹਾ, ਜਾਂ ਉਹਨਾਂ ਨੂੰ ਵਿਸ਼ਵਾਸ ਨਹੀਂ ਹੋ ਪਾ ਰਿਹਾ ਆਪਣੇ ਕੰਸਲਟੈਂਟ ਤੇ, ਜ਼ਰੂਰ ਆਓ। ਜਿਹੜੇ ਵਧੀਆ ਬੱਚੇ ਨੇ ਉਹ ਜ਼ਰੂਰ, ਬੇਸ਼ੱਕ ਤੁਸੀਂ ਮੈਥੋਂ ਵੈਸੇ ਹੀ ਫੋਨ 'ਤੇ ਐਡਵਾਈਸ ਲੈ ਲਓ ਜਾਂ ਕੁਝ ਵੀ ਪੁੱਛ ਲਓ, ਕਿਉਂਕਿ ਤੁਹਾਨੂੰ ਕੋਈ ਦਿੱਕਤ ਨਹੀਂ ਆਏਗੀ ਵੀਜ਼ਾ ਦੇਣ 'ਚ। ਮੇਰੀ ਲੋੜ ਉਹਨਾਂ ਨੂੰ ਹੈ ਜਿਹੜੀਆਂ ਫਾਈਲਾਂ ਔਖੀਆਂ, ਜਿਨ੍ਹਾਂ ਦੇ ਬੈਂਡ ਘੱਟ ਨੇ, ਪਰਸੈਂਟੇਜ ਘੱਟ ਨੇ, ਜਿਹਦੇ ਵਿੱਚ ਗੈਪ ਜ਼ਿਆਦਾ ਹੈ। ਵੀ ਮੈਂ ਆਪਣੇ ਆਪ ਨੂੰ ਕਹਿੰਦਾ ਸਪੈਸ਼ਲਿਸਟ ਇਸ ਚੀਜ਼ ਦੇ ਵਿੱਚ ਵੀ, ਆਸਟ੍ਰੇਲੀਆ ਦੇ ਵਿੱਚ ਵੀ ਜਿਹੜੀਆਂ ਔਖੀਆਂ ਪ੍ਰੋਫਾਈਲਾਂ ਜ਼ਰੂਰ ਮੇਰੇ ਕੋਲ ਜਾਓ। ਵੀ ਜਿਹੜੀਆਂ ਚੀਜ਼ਾਂ ਜਿਹੜੇ ਕੰਸਲਟੈਂਟਸ ਨੂੰ ਅਵੋਇਡ ਕਰਦੇ ਨੇ ਵੀ ਨਾ ਯਾਰ ਇਹ ਤਾਂ ਔਖੀ ਪ੍ਰੋਫਾਈਲ ਦਾ ਕੌਣ ਹੱਥ ਪਾਊਗਾ, ਇਹਨੂੰ ਵੀ ਕਿਹੜਾ ਵੀਜ਼ਾ ਲੈ ਕੇ ਦਊਗਾ, ਮੈਂ ਉਹਨਾਂ ਨੂੰ ਜ਼ਰੂਰ ਕਹੂੰਗਾ ਤੁਸੀਂ ਮੇਰੇ ਕੋਲ ਜਾਓ। ਸੌਖੀ ਪ੍ਰੋਫਾਈਲ ਦੇ ਵਾਜੇ ਬੇਸ਼ੱਕ ਤੁਸੀਂ ਕਿਤੇ ਵੀ ਅਪਲਾਈ ਕਰ ਦਿਓ, ਤੁਹਾਨੂੰ ਦਿੱਕਤ ਨਹੀਂ ਆਏਗੀ। ਡੈਫੀਨੇਟਲੀ ਜਿੰਨੇ ਵੀ ਦਰਸ਼ਕ ਸਟੂਡੈਂਟ ਇਸ ਟਾਈਮ ਦੇਖ ਰਹੇ ਨੇ ਵਿਜ਼ਿਟ ਕਰ ਸਕਦੇ ਨੇ, ਮੈਨੂੰ ਮਿਲਣਾ ਹੈ, ਮਿਲ ਸਕਦੇ ਨੇ, ਸਰ ਨੂੰ ਮਿਲਣਾ ਹੈ, ਤੁਸੀਂ ਆ ਕੇ ਆਫਿਸ ਵਿਜ਼ਿਟ ਕਰ ਸਕਦੇ ਹੋ। ਤੇ ਅੱਜ ਦਾ ਲਾਈਵ ਸੈਸ਼ਨ ਇੱਥੇ ਹੀ ਖਤਮ ਕਰਾਂਗੇ। ਨਵੇਂ ਟੌਪਿਕ ਔਰ ਨਵੇਂ ਲਾਈਵ ਸੈਸ਼ਨ ਦੇ ਵਿੱਚ ਜਲਦ ਹਾਜ਼ਰ ਹੋਵਾਂਗੇ। ਸਤਿ ਸ਼੍ਰੀ ਅਕਾਲ।